ਕਿਸਾਨ ਵੀਰੋ ਤੇ ਭੈਣੋ, ਤਰਸੇਮ ਸਿੰਘ ਬੁੱਟਰ ਦੇ ਵੱਲੋਂ ਤੁਹਾਡਾ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਹਾਰਦਿਕ ਸਵਾਗਤ ਹੈ। ਆਕਾਸ਼ਵਾਣੀ FM ਬਠਿੰਡਾ ਦੀ ਟੀਮ ਅੱਜ ਪਹੁੰਚੀ ਹੈ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ, ਬਲਾਕ ਲੰਬੀ ਦੇ ਘੁੱਗ ਵਸਦੇ ਨਗਰ ਮਹਿਣਾ ਵਿਖੇ ਤੇ ਪਿੰਡ ਮਹਿਣਾ ਦੇ ਅਗਾਂਹਵਧੂ ਅਤੇ ਨੌਜਵਾਨ ਕਿਸਾਨ ਸਰਦਾਰ ਗਗਨਦੀਪ ਸਿੰਘ ਕੁਲਾਰ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ ਗੱਲਾਂ ਬਾਤਾਂ। ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਦੇ ਲਈ ਸਾਡਾ ਵਿਸ਼ਾ ਰਹੇਗਾ ਕੁਦਰਤੀ ਵਿਧੀ ਦੇ ਰਾਹੀਂ ਗੰਨਾ ਅਤੇ ਹਲਦੀ ਪੈਦਾ ਕਰਨੀ। ਕਿਸਾਨ ਵੀਰੋ ਤੇ ਭੈਣੋ, ਸਰਦਾਰ ਗਗਨਦੀਪ ਸਿੰਘ ਕੁਲਾਰ ਪਿਛਲੇ ਸਮੇਂ ਤੋਂ ਆਪਣੇ ਖੇਤਾਂ ਦੇ ਵਿੱਚ ਕੁਦਰਤੀ ਵਿਧੀ ਦੇ ਰਾਹੀਂ ਗੰਨਾ ਪੈਦਾ ਕਰ ਰਹੇ ਨੇ ਤੇ ਨਾਲੋਂ ਨਾਲ ਗੰਨੇ ਦੀ ਫਸਲ ਦੇ ਵਿੱਚ ਹੀ ਇਹਨਾਂ ਨੇ ਇੱਕ ਨਵਾਂ ਤਜਰਬਾ ਕੀਤਾ ਹੈ। ਗੰਨੇ ਦੇ ਵਿੱਚ ਅੰਤਰ ਫਸਲ ਇਹਨਾਂ ਨੇ ਬੀਜੀ ਹੈ ਹਲਦੀ, ਤੇ ਦੋਵੇਂ ਫਸਲਾਂ ਇਹ ਕੁਦਰਤੀ ਵਿਧੀ ਦੇ ਰਾਹੀਂ ਪੈਦਾ ਕਰ ਰਹੇ ਨੇ। ਇਹਨਾਂ ਦੇ ਨਾਲ ਮੁਲਾਕਾਤ ਰਿਕਾਰਡ ਕਰਨ ਦਾ ਸਾਡਾ ਜਿਹੜਾ ਮੂਲ ਉਦੇਸ਼ ਇਹੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਸਾਡੇ ਕਿਸਾਨ ਭਰਾ ਹੈ ਉਹ ਰਸਾਇਣਕ ਖੇਤੀ ਨੂੰ ਤਿਆਗ ਕੇ ਤੇ ਜਾਂ ਫਿਰ ਰਸਾਇਣਕ ਖੇਤੀ ਨੂੰ ਥੋੜਾ ਘਟਾ ਕੇ ਕੁਦਰਤੀ ਵਿਧੀ ਵਾਲੇ ਪਾਸੇ ਮੁੜਨ, ਤਾਂ ਜੋ ਕੁਦਰਤੀ ਵਿਧੀ ਦੇ ਰਾਹੀਂ ਅਸੀਂ ਆਪਣੀ ਜ਼ਮੀਨ ਦੀ ਸਿਹਤ, ਮਨੁੱਖੀ ਸਿਹਤ, ਵਾਤਾਵਰਣ, ਪਾਣੀ, ਆਲਾ ਦੁਆਲਾ ਅਸੀਂ ਬਚਾ ਕੇ ਤੇ ਧਰਤੀ ਦੇ ਵਿੱਚੋਂ ਜੋ ਪੈਦਾ ਕਰੀਏ ਉਹ ਮਨੁੱਖਾਂ ਦੇ ਵਾਸਤੇ ਵਰਦਾਨ ਸਾਬਤ ਹੋਵੇ। ਸੋ ਸਭ ਤੋਂ ਪਹਿਲਾਂ ਸਰਦਾਰ ਗਗਨਦੀਪ ਸਿੰਘ ਕੁਲਾਰ ਸਾਹਿਬ, ਸਾਡੇ ਕਿਸਾਨ ਵੀਰਾਂ ਤੇ ਭੈਣਾਂ ਦੇ ਹਰਮਨ ਪਿਆਰੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਤੁਹਾਡਾ ਸਵਾਗਤ ਹੈ। ਬੁੱਟਰ ਸਾਹਿਬ ਟੀਮ ਦਾ ਹੀ, ਸਾਰੀ ਦਾ FM ਰੇਡੀਓ ਦਾ ਹੀ ਬਹੁਤ ਸਵਾਗਤ ਹੈ ਜੀ। ਕੁਲਾਰ ਸਾਹਿਬ, ਭਾਵੇਂ ਕਿ ਸਾਡੀਆਂ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਵੱਲੋਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਸਾਡੇ ਜਿਹੜੇ ਕਿਸਾਨ ਭਰਾ ਹੈ ਉਹ ਕੁਦਰਤੀ ਵਿਧੀ ਰਾਹੀਂ ਆਪਣੇ ਖੇਤ ਦੇ ਵਿੱਚ ਦਾਲਾਂ ਪੈਦਾ ਕਰਨ, ਫਲ ਪੈਦਾ ਕਰਨ, ਸਬਜ਼ੀਆਂ ਪੈਦਾ ਕਰਨ, ਅਨਾਜ ਪੈਦਾ ਕਰਨ, ਫੁੱਲ ਪੈਦਾ ਕਰਨ ਤੇ ਨਾਲੋਂ ਨਾਲ ਆਯੁਰਵੈਦਿਕ ਮਹੱਤਤਾ ਵਾਲੇ ਜਾਂ ਜੜੀਆਂ ਬੂਟੀਆਂ ਵਾਲੀ ਖੇਤੀ ਕਰਨ, ਪਰ ਇਸ ਪਾਸੇ ਆਉਣਾ ਹਰੇਕ ਬੰਦਾ ਜੋਖਮ ਸਮਝਦਾ, ਔਖਾ ਕਾਰਜ ਸਮਝਦਾ, ਤੇ ਤੁਸੀਂ ਫਿਰ ਕੁਦਰਤੀ ਵਿਧੀ ਵਾਲੇ ਪਾਸੇ ਜਾਂ ਕਹਿ ਲਓ ਕਿ ਕੁਦਰਤੀ ਢੰਗ ਨਾਲ ਫਸਲਾਂ ਪੈਦਾ ਕਰਨ ਵਾਲੇ ਪਾਸੇ ਆਉਣ ਦਾ ਮੌਕਾ ਤੁਹਾਨੂੰ ਕਿਵੇਂ ਮਿਲਿਆ? ਟੋਟਲ ਸਾਡੇ ਕੋਲ 30 ਏਕੜ ਪੈਲੀ ਆ ਜੀ। ਆਪਣੇ ਘਰ ਦੇ ਵਿੱਚ 2 ਏਕੜ ਪੈਲੀ ਸੀ, ਉਹਦੇ ਵਿੱਚ ਅਸੀਂ ਸਾਰੇ ਪਰਿਵਾਰ ਨੇ ਰਾਇ ਬਣਾਈ ਜੀ ਬਿਨਾਂ ਰੇਹ ਸਪਰੇਅ। ਫਿਰ ਅਸੀਂ ਮੁੱਖ ਫਸਲ ਗੰਨੇ ਦੀ ਚੁਣੀ ਜੀ, ਉਹਦੇ ਲਈ ਜ਼ਿਆਦਾ ਪੈਸਟੀਸਾਈਡ ਦੀ ਲੋੜ ਨਹੀਂ ਪੈਂਦੀ ਜੀ। ਫਿਰ ਅਸੀਂ ਗੰਨਾ ਲਾਇਆ, ਬਾਕੀ ਇੱਥੇ ਪੱਠੇ ਹੁੰਦੇ ਉਹ ਵੀ ਆਰਗੈਨਿਕ ਹੁੰਦੇ, ਫਿਰ ਅਸੀਂ ਸਬਜ਼ੀ ਲਾਉਣੇ ਖਾਣ ਨੂੰ ਉਹ ਵੀ ਆਪਣੀ ਆਰਗੈਨਿਕ ਹੁੰਦੀ ਹੈ ਜੀ। ਹੁਣ ਤਾਂ ਆਪਣੀ ਕਣਕ ਹੀ ਬੀਜੀ ਹੈ ਜੀ, ਇਦੋਂ ਬਾਅਦ ਕਣਕ ਵੱਢ ਕੇ ਝੋਨਾ ਲਾਵਾਂਗੇ ਜੀ ਹੌਲੀ ਹੌਲੀ। ਹੁਣ ਜਿਵੇਂ ਅਸੀਂ ਸੋਚ ਰਹੇ ਹਾਂ 2 ਏਕੜ ਹਜੇ ਖੇਤ ਐਕਤੀ 64 ਵੈਰਾਈਟੀ ਗੰਨਾ ਲਾਉਣਾ ਹੈ। ਬਿਮਾਰੀਆਂ ਦਾ ਬਹੁਤ ਚੱਲੀ ਜਾਂਦਾ, ਬਲੱਡ ਪ੍ਰੈਸ਼ਰ ਦੀ, BP ਦੀ ਹੋ ਗਈ ਬਿਮਾਰੀ ਜੀ, ਤੋਂ ਅਸੀਂ ਪ੍ਰੇਰਿਤ ਹੋ ਗਏ ਜੀ, ਸੋਚਿਆ ਗੰਨੇ ਦੀ ਹੁਣ ਕਾਸ਼ਤ ਕਰੀਏ ਜੀ ਆਰਗੈਨਿਕ ਵੱਲ ਜੀ। ਇੱਕ ਪੈਸਟੀਸਾਈਡ ਦਾ ਹੁਣ ਇੰਨਾ ਖਰਚਾ ਵੱਧ ਗਿਆ ਜੀ, ਉਹਦੇ ਕਾਰਨ ਹੁਣ ਅਸੀਂ ਘਰ ਕੋਲੇ ਗੰਨਾ ਲਾਇਆ ਜੀ। ਕੋਟਕਪੂਰੇ ਆ, ਸ਼ਰਮਾ ਹੈਗੇ ਜੀ, ਉਹਨਾਂ ਤੋਂ ਅਸੀਂ ਲੈ ਕੇ ਜਾਣਕਾਰੀ ਉਦੋਂ ਬਾਅਦ ਚੋਂ ਸ਼ੁਰੂ ਕੀਤਾ ਸੀ ਕੰਮ ਜੀ। ਤਾਂ ਜਿੱਥੋਂ ਤੱਕ ਗੰਨੇ ਦੀ ਗੱਲ ਹੈ ਤਾਂ ਗੰਨੇ ਵਾਸਤੇ ਕੁਲਾਰ ਸਾਹਿਬ ਫਿਰ ਕਿਹੋ ਜਿਹੀ ਧਰਤੀ ਚਾਹੀਦੀ ਹੈ? ਜ਼ਮੀਨ ਜੀ ਬਾਹਲੀ ਡਾਕਰ ਨਾ ਹੋਵੇ, ਠੀਕ ਜੀ ਹੋਵੇ, ਰੇਤਲੀ ਵੀ ਨਾ ਬਾਹਲੀ ਹੋਵੇ, ਬਾਹਲੀ ਡਾਕਰ ਨਾ ਹੋਵੇ ਜੀ। ਇੱਕ ਪਾਣੀ ਨਹਿਰੀ, ਇਹਨੂੰ ਜਿੰਨਾ ਪਾਣੀ ਲਾਓ ਨਹਿਰੀ ਲਾਓ ਜੀ, ਭਲਾ ਮਹੀਨੇ ਤੋਂ ਲੱਗ ਜੇ 15 ਦਿਨਾਂ ਤੋਂ ਲੱਗ ਜਾਈ, ਲਾਓ ਨਹਿਰੀ ਪਾਣੀ। ਜਿੱਥੇ ਸੋਰੇ ਦੀ ਮਾਤਰਾ ਪਾਣੀ ਦੀ ਵੱਧ ਉੱਥੇ ਘੱਟ ਕਾਮਯਾਬ ਹੈ, ਉਹ ਖਾਰਾ ਹੋ ਜਾਂਦਾ। ਫਿਰ ਆਪਾਂ ਗੁੜ ਕਢਾਵਾਂਗੇ ਉਹ ਵੀ ਖਾਰਾ ਬਣੂਗਾ, ਜੂਸ ਵਾਲੇ ਵੀ ਨਹੀਂ ਲੈ ਕੇ ਜਾਂਦੇ ਜੀ। ਕੁਲਾਰ ਸਾਹਿਬ, ਮੈਂ ਦੇਖਦਾ ਕਿ ਤੁਹਾਡੇ ਖੇਤਾਂ ਦੇ ਵਿੱਚ ਗੰਨਾ ਲੰਬਾਈ ਪੱਖੋਂ ਵੀ ਬਹੁਤ ਉੱਚਾ ਹੈ ਤੇ ਜੇ ਆਪਾਂ ਮੋਟਾਈ ਦੀ ਗੱਲ ਦੇਖੀਏ ਬਹੁਤ ਸੋਹਣਾ ਗੰਨਾ ਖੜਾ ਹੈ। ਇਉਂ ਲੱਗਦਾ ਵੀ ਜਿਵੇਂ ਰਸਾਇਣਕ ਵਿਧੀ ਦੇ ਰਾਹੀਂ ਕੋਈ ਰੇਹਾਂ ਨਾਲ ਜਾਂ ਕੋਈ ਸਪਰੇਹਾਂ ਨਾਲ ਤਿਆਰ ਕੀਤਾ ਹੋਵੇ। ਫਿਰ ਇਹ ਗੰਨੇ ਦੀ ਕਿਹੜੀ ਕਿਸਮ ਹੈ? ਤਾਂ ਕੁੱਲ ਮਿਲਾ ਕੇ ਇਹਦੀ ਜੇ ਆਪਾਂ ਬਿਜਾਈ ਦੀ ਗੱਲ ਕਰੀਏ ਤਾਂ ਕਿਹੜੇ ਮਹੀਨੇ ਦੇ ਵਿੱਚ ਇਹਦੀ ਬਿਜਾਈ ਕਰਨੀ ਪੈਂਦੀ ਹੈ ਤੇ ਕਿੱਲੇ ਦੇ ਵਿੱਚ ਕਿੰਨਾ ਕੁ ਬੀਜ ਪੈ ਜਾਂਦਾ ਹੈ? ਕਿਸਮ ਇਹ 85 ਹੈ ਜੀ। ਜੂਸ ਵਾਲੇ ਮੰਗ ਜ਼ਿਆਦਾਤਰ 85 ਦੀ ਕਰਦੇ ਜੀ, ਕਿਉਂਕਿ ਮਿੱਠਾ ਜ਼ਿਆਦਾ ਹੁੰਦਾ ਜੀ। ਤੇ ਇਹਦਾ 20 ਤੋਂ 25 ਕੁਆਂਟਲ ਪਵੇ, ਥੋੜਾ ਜਿਹਾ ਬਿਰਲਾ ਰਵੇ, ਨਾ ਕਾਣਾ ਨਹੀਂ ਹੁੰਦਾ ਜੀ। ਫਿਰ ਕੁਦਰਤੀ ਵੀ ਨਾ ਜਿੰਨਾ ਬਿਰਲਾ ਹੋਊਗਾ ਉਹ ਫੇਰ ਹੀ ਕਾਮਯਾਬ ਹੁੰਦਾ ਜੀ। ਜਦੋਂ ਸੰਘਣਾ ਕਰਾਂਗੇ ਫਿਰ ਉਹਦੇ ਵਿੱਚ ਬਿਮਾਰੀਆਂ ਦਾ ਅਟੈਕ ਜ਼ਿਆਦਾ ਵੱਧਦਾ ਜੀ। ਬਿਜਾਈ ਅਸੀਂ ਮਾਰਚ ਦੇ ਮਹੀਨੇ ਦੇ ਸਟਾਰਟਿੰਗ 'ਚ ਕੀਤੀ ਸੀ। ਆਪਾਂ ਗੰਨੇ ਦੀ ਬਿਜਾਈ ਕਰਨੀ ਹੋਵੇ ਤੇ ਬਿਜਾਈ ਦੇ ਵਾਸਤੇ ਇਹ ਦੇਖਣਾ ਹੋਵੇ ਵੀ ਆਹ ਬੀਜ ਨਿਰੋਗ ਹੈ, ਇਹ ਤੰਦਰੁਸਤ ਹੈ, ਇਹ ਵਧੀਆ ਖੇਤ ਦੇ ਵਿੱਚ ਵੱਧ ਫੁੱਲ ਫੈਲ ਸਕਦਾ, ਚੰਗਾ ਝਾੜ ਹੋ ਸਕਦਾ, ਤੇ ਉਦੋਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ? ਮੇਨ ਤਾਂ ਬੀਜ ਕਾਣਾ ਨਾ ਹੋਵੇ, ਜਿਹੜੀ ਕਾਣੀ ਪੋਰੀ ਹੋਊਗੀ ਉਹ ਉੱਗਰਦਾ ਨਹੀਂ ਜੀ, ਉਹਦੀ ਬਹੁਤ ਸਮੱਸਿਆ ਆਉਂਦੀ ਹੈ। ਮੇਨ ਪਾਟਿਆ ਨਾ ਹੋਵੇ ਜੀ, ਬੀ ਭਲਾ ਪਤਲਾ ਪਾ ਲਓ, ਮਤਲਬ ਵਜਨ ਘੱਟ ਨਿਕਲਦਾ। ਜਿਵੇਂ ਬੀ ਅਗਲੇ ਨੇ ਪਤਲਾ ਪਾਉਣਾ ਉਹਨੂੰ ਫਾਇਦਾ ਜੀ। ਜਿਵੇਂ ਹੁਣ ਭਾਰਾ ਬੀ ਪਾਊਗਾ ਮੋਟਾ ਗੰਨਾ ਜੀ, ਉਹਦਾ ਬੀ ਵੱਧ ਪਊਗਾ, ਖਰਚਾ ਬਾਹਲਾ ਨਹੀਂ ਆ ਜਾਊਗਾ, ਫਿਰ 35-40 ਕੁਆਂਟਲ ਤਾਂ ਵੀ ਜਾਊ। ਇਹਦਾ ਮੀਡੀਅਮ ਜਿਹਾ ਬੀ ਪੈਂਦਾ, ਬਾਹਲਾ ਮੋਟਾ ਨਾ ਹੋਵੇ, ਬਾਹਲਾ ਪਤਲਾ ਨਾ ਹੋਵੇ ਜੀ। ਝੋਲੀ 'ਚ ਪਾ ਕੇ ਬੰਦਾ ਸਿੱਟੀ ਜਾਂਦਾ ਜੀ, ਉਹ 3-3 ਫੁੱਟ ਟੋਟੇ ਕੱਟ ਗਏ ਜੀ।
ਜਦੋਂ ਬਿਜਾਈ ਕਰਨੀ ਹੈ ਗੰਨੇ ਦੀ, ਤੁਸੀਂ ਬੀਜ ਵੀ ਦੱਸਤਾ ਕਿੰਨੀ ਮਾਤਰਾ ਦੇ ਵਿੱਚ ਪੈਂਦਾ ਹੈ, ਤੁਸੀਂ ਬਿਜਾਈ ਦੇ ਸਮੇਂ ਦੀ ਵੀ ਗੱਲ ਕਰਤੀ, ਤੁਸੀਂ ਧਰਾਤਲ ਕਿਹੋ ਜਿਹਾ ਚਾਹੀਦਾ ਹੈ ਇੱਕ ਕਿਸਾਨ ਦੇ ਵਜੋਂ, ਤੁਸੀਂ ਉਹ ਵੀ ਆਪਣੀ ਜਿਹੜੀ ਗੱਲ ਸਾਂਝੀ ਕੀਤੀ। ਉਸ ਤੋਂ ਬਾਅਦ ਗੱਲ ਆ ਜਾਂਦੀ ਹੈ ਬਿਜਾਈ ਦੇ ਢੰਗ ਦੀ। ਤਾਂ ਕਿਹੜੇ ਢੰਗ ਦੇ ਨਾਲ ਗੰਨੇ ਦੀ ਬਿਜਾਈ ਕੀਤੀ ਸੀ ਤੁਸੀਂ, ਜਿਹੜਾ ਕੁਦਰਤੀ ਵਿਧੀ ਰਾਹੀਂ ਤੁਹਾਡੇ ਖੇਤਾਂ ਦੇ ਵਿੱਚ ਪੈਦਾ ਹੋਇਆ ਤੇ ਬਹੁਤ ਵਧੀਆ ਖੜਾ ਹੈ ਤੇ ਮੰਡੀ ਦਾ ਹਿੱਸਾ ਬਣ ਰਿਹਾ ਹੁਣ ਇਹ ਜੂਸ ਦਾ? ਜਿਵੇਂ ਆਲੂ ਵਾਲੀ ਮਸ਼ੀਨ ਆਉਂਦੀ ਆ ਉਵੇਂ ਹਲ ਵੱਜਦੇ ਆ ਜੀ, ਉਹਦੇ ਓੜੇ ਨਿਕਲ ਜਾਂਦੇ ਆ ਜੀ ਸਿੱਧੇ 3 ਫੁੱਟ ਤੇ। ਜਿਵੇਂ ਬੀਜਿਆ ਐਕਤੀ, ਹੁਣ ਅਸੀਂ 3 ਤੋਂ ਵਧਾ ਕੇ, ਪਹਿਲਾਂ 3 ਫੁੱਟ ਤੇ ਲੱਗਿਆ ਸੀ ਆਪਣੇ, 3 ਸਾਲ ਹੋ ਗਏ ਹੁਣ। ਉਹਦੇ ਵਿੱਚ ਡਿੱਗਣ ਦੀ ਸਮੱਸਿਆ ਬਾਹਲੀ ਆਉਂਦੀ ਸੀ, ਹੁਣ ਅਸੀਂ 7 ਫੁੱਟ ਤੇ ਲਾਇਆ ਜੀ। ਉਹਦੇ ਨਾਲ ਮਿੱਟੀ ਵੀ ਵਧੀਆ ਲੱਗ ਜੂਗੀ, ਗੇੜਾ ਵੀ ਵੱਜ ਜਾ ਕਰੂ, ਚੂਹੇ ਦੀ ਸਮੱਸਿਆ ਵੀ ਘੱਟ ਆਊ। ਜਦੋਂ ਗੰਨਾ ਡਿੱਗੂਗਾ ਉਹਨੂੰ ਚੂਹਾ ਪਊਗਾ ਹੀ ਪਊਗਾ ਜੀ, ਕੋਈ ਵੀ ਦਵਾਈ ਪਾ ਦਿਓ, ਕੁਛ ਵੀ ਪਾ ਦਿਓ ਜੀ। ਇਹ ਮੰਨ ਲਓ ਜਿੰਨਾ ਬਿਰਲਾ ਹੋਊ ਗੰਨਾ ਓਨਾ ਮੋਟਾ ਹੋਊਗਾ ਜੀ, ਨਾਲੇ ਉਹਦੇ ਚ ਰਸ ਵਧੂ। ਪੱਤੇ ਨਾਲ ਪੱਤਾ ਨਾਲ ਨਾ ਜੁੜੇ, ਥੋੜੀ ਜਿਹੀ ਵਿੱਥ ਹੋਵੇ ਜੀ। 5 ਫੁੱਟ ਤਾਈਂ ਪੂਰਾ ਕਵਰ ਕਰ ਜਾਂਦਾ ਜੀ। ਆਪਾਂ ਹਲਦੀ ਦੇ ਕਾਰਨ ਲਾਉਣ ਕਾਰਨ ਜੀ ਇਹ ਹੁਣ 7.5-8 ਫੁੱਟ ਤੇ ਲਾਇਆ ਹੁਣ ਆਪਾਂ ਜੀ ਗੰਨਾ, ਵਿੱਚ 3 ਫੁੱਟ ਹਲਦੀ ਰੋਕ ਲੂਗੀ ਜਗ੍ਹਾ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਇਹ ਗੱਲਾਂ ਬਾਤਾਂ ਤੁਸੀਂ ਸੁਣ ਰਹੇ ਹੋ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੀ ਤਹਿਸੀਲ ਮਲੋਟ, ਬਲਾਕ ਲੰਬੀ ਦੇ ਛੋਟੇ ਜਿਹੇ ਨਗਰ ਮਹਿਣਾ ਦੇ ਅਗਾਂਹਵਧੂ ਅਤੇ ਨੌਜਵਾਨ ਕਿਸਾਨ ਸਰਦਾਰ ਗਗਨਦੀਪ ਸਿੰਘ ਕੁਲਾਰ ਦੇ ਨਾਲ। ਤਾਂ ਕੁਲਾਰ ਸਾਹਿਬ ਆਪਣੇ ਖੇਤਾਂ ਦੇ ਵਿੱਚ ਕੁਦਰਤੀ ਵਿਧੀ ਦੇ ਨਾਲ ਗੰਨਾ ਪੈਦਾ ਕਰ ਰਹੇ ਨੇ, ਹਲਦੀ ਪੈਦਾ ਕਰ ਰਹੇ ਨੇ ਤੇ ਇਹਦੇ ਨਾਲ ਘਰ ਦੀਆਂ ਲੋੜਾਂ ਦੇ ਮੁਤਾਬਕ ਇਹ ਦਾਲਾਂ, ਫਲ, ਸਬਜ਼ੀਆਂ, ਹਰਾ ਚਾਰਾ ਵੀ ਕੁਦਰਤੀ ਵਿਧੀ ਦੇ ਰਾਹੀਂ ਪੈਦਾ ਕਰ ਰਹੇ ਨੇ। ਤਾਂ ਕੁਲਾਰ ਸਾਹਿਬ, ਬਹੁਤ ਸਾਰੀਆਂ ਜਿਹੜੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਾਡੀਆਂ ਫਸਲਾਂ ਨੂੰ, ਬਹੁਤ ਸਾਰੇ ਕੀੜੇ ਮਕੌੜਿਆਂ ਦਾ ਵੀ ਹਮਲਾ ਹੁੰਦਾ ਹੈ ਤੇ ਜਿਸ ਨੂੰ ਰੋਕਣ ਦੇ ਵਾਸਤੇ ਜਾਂ ਕਾਬੂ 'ਚ ਰੱਖਣ ਵਾਸਤੇ ਸਾਡੇ ਕਿਸਾਨ ਭਰਾਵਾਂ ਨੂੰ ਬਹੁਤ ਮਹਿੰਗੀਆਂ ਜ਼ਹਿਰਾਂ ਦਾ ਛਿੜਕਾਅ ਕਰਨਾ ਪੈਂਦਾ ਹੈ। ਠੀਕ ਹੈ, ਉਹ ਜ਼ਹਿਰਾਂ ਦਾ ਉਲਟਾ ਅਸਰ ਕਈ ਪ੍ਰਕਾਰ ਨਾਲ ਸਾਡੀ ਧਰਤੀ ਦੇ ਉੱਤੇ, ਵਾਤਾਵਰਣ ਦੇ ਉੱਤੇ, ਸਾਡੀ ਸਿਹਤ ਦੇ ਉੱਤੇ, ਉਪਜ ਦੇ ਉੱਤੇ ਵੀ ਪੈਂਦਾ ਹੈ। ਤਾਂ ਹੁਣ ਬਿਮਾਰੀਆਂ ਦੀ ਰੋਕਥਾਮ ਦੇ ਲਈ, ਕੀੜੇ ਮਕੌੜਿਆਂ ਦੀ ਰੋਕਥਾਮ ਦੇ ਵਾਸਤੇ ਜ਼ਹਿਰਾਂ ਦੀ ਜਾਂ ਕਹਿ ਲਓ ਕਿ ਨਦੀਨਨਾਸ਼ਕਾਂ ਦੀ ਵਰਤੋਂ, ਕੀਟਨਾਸ਼ਕਾਂ ਦੀ ਵਰਤੋਂ ਤਾਂ ਤੁਸੀਂ ਕਰਦੇ ਨਹੀਂ। ਤਾਂ ਉਹਦਾ ਫਿਰ ਬਦਲ ਤੁਸੀਂ ਕੀ ਲੱਭਿਆ ਹੈ ਜਦੋਂ ਕੋਈ ਬਿਮਾਰੀ ਦਾ ਜਾਂ ਕੋਈ ਕੀੜੇ ਮਕੌੜੇ ਦਾ ਸਾਹਮਣਾ ਹੁੰਦਾ? ਇਹਦੇ ਵਿੱਚ ਜੀ ਮੇਨ ਸਮੱਸਿਆ ਕਾਣੇ ਦੀ ਜ਼ਿਆਦਾ ਆਉਂਦੀ ਹੈ। ਜਦੋਂ ਕਾਣਾ ਹੋ ਗਿਆ ਗੰਨਾ, ਬਾਜ਼ਾਰ 'ਚ ਵਿਕਣ ਦੀ ਵੀ ਦਿੱਕਤ ਆਊਗੀ ਜੀ। ਅਸੀਂ ਜੀ ਅੰਮ੍ਰਿਤ ਦੀ ਸਪਰੇਅ ਕਰਦੇ ਹਾਂ ਜੀ, ਉਹਦੇ ਨਾਲ ਬਹੁਤ ਫਰਕ ਨੇ ਸਾਨੂੰ ਰਿਜ਼ਲਟ ਮਿਲੇ ਜੀ ਅੰਮ੍ਰਿਤ ਦਾ ਜੀ। 185 ਨੂੰ ਲਾਲ ਰੋਗ ਪੈਂਦਾ ਜੀ, ਉਹਦੇ ਲਈ ਵੀ ਦਿੱਕਤ ਆਉਂਦੀ ਹੈ। 2 ਹੀ ਸਮੱਸਿਆ ਜ਼ਿਆਦਾ ਆਉਂਦੀਆਂ, ਹੋਰ ਨਹੀਂ ਕੋਈ ਆਉਂਦੀ। ਤੀਜਾ ਜਦੋਂ ਗਿਰ ਜਾਂਦਾ ਉਦੋਂ ਚੂਹੇ ਦੀ ਸਮੱਸਿਆ ਆਉਂਦੀ ਹੈ ਜੀ। ਜਦੋਂ ਲਾਲ ਰੋਗ ਪੈ ਜਾਂਦਾ ਜੀ ਉਹਦੇ ਵਾਸਤੇ ਵੀ ਜੀ ਅੰਮ੍ਰਿਤ ਦੀ ਸਪਰੇਅ ਕਰ ਦਿੰਦੇ, ਉਹਦੇ ਨਾਲ ਬਹੁਤ ਫਰਕ ਪੈਂਦਾ ਜੀ। ਭਾਵੇਂ ਕਿ ਗੰਨੇ ਦੇ ਕਾਣੇ ਹੋਣ ਦੀ ਗੱਲ ਹੈ ਜਾਂ ਫਿਰ ਉਹਦੇ ਉੱਤੇ ਲਾਲ ਰੋਗ ਦਾ ਹਮਲਾ ਹੋਣ ਦੀ ਗੱਲ ਹੈ, ਤੁਸੀਂ ਦੱਸਿਆ ਕਿ ਤੁਸੀਂ ਕਿਸੇ ਕਿਸਮ ਦੇ ਬਾਜ਼ਾਰ ਦੇ ਵਿੱਚੋਂ ਲਿਆ ਕੇ ਕੋਈ ਵੀ ਜ਼ਹਿਰ ਦੀ ਵਰਤੋਂ ਨਹੀਂ ਕਰਦੇ, ਤੁਸੀਂ ਜੀਵ ਅੰਮ੍ਰਿਤ ਦੀ ਵਰਤੋਂ ਕਰਦੇ ਹੋ। ਤਾਂ ਫਿਰ ਜਿਹੜਾ ਜੀਵ ਅੰਮ੍ਰਿਤ ਹੈ, ਇਹ ਕੋਈ ਦੇਸੀ ਤੁਹਾਡਾ ਕੋਈ ਢੰਗ ਤਰੀਕਾ ਹੁੰਦਾ ਹੋਊ, ਇਹ ਖੁਦ ਤਿਆਰ ਕਰਦੇ ਹੋ ਕਿ ਬਾਜ਼ਾਰ ਚੋਂ ਲੈ ਕੇ ਆਉਂਦੇ ਹੋ? ਜੇ ਤੁਸੀਂ ਆਪ ਤਿਆਰ ਕਰਦੇ ਹੋ ਤਾਂ ਫਿਰ ਉਹਦਾ ਕੀ ਢੰਗ ਤਰੀਕਾ, ਕੀ ਵਿਧੀ ਹੁੰਦੀ ਹੈ ਤੇ ਕਿੱਥੇ ਕਿੱਥੇ ਵਰਤਿਆ ਜਾ ਸਕਦਾ? ਆਪਣੇ ਘਰੇ ਹੀ ਹੁੰਦੇ ਜੀ। ਅੱਕ ਹੋ ਗਿਆ ਜੀ, ਧਤੂਰਾ ਹੋ ਗਿਆ ਜੀ, ਨਿੰਮ ਦੇ ਪੱਤੇ ਹੋ ਗਏ, ਨਿੰਮ ਦੀਆਂ ਮਟੋਲੀਆਂ ਹੋ ਗਈਆਂ ਜੀ, ਗਊ ਮੂਤਰ ਹੋ ਗਿਆ ਜੀ, ਗਊ ਦਾ ਗੋਬਰ ਹੋ ਗਿਆ ਜੀ। ਇਹਨਾਂ ਚੀਜ਼ਾਂ ਨੂੰ ਸਾਰੀਆਂ ਨੂੰ ਇਕੱਠੇ ਕਰਕੇ ਪਲਾਸਟਿਕ ਦੇ ਢੋਲ ਵਿੱਚ ਪਾ ਲਓ ਜੀ। ਉਹਦਾ ਬਣਾਓ ਜੀ 40 ਦਿਨ ਇੱਕ ਥਾਂ ਤੇ ਪਿਆ ਰਹੇ, ਰੋਜ਼ 2 ਵਾਰੀ ਡੰਡਾ ਮਾਰਨਾ ਪੈਂਦਾ ਜੀ। ਉਦੋਂ ਬਾਅਦ ਚੋਂ ਆਪਾਂ ਹਰੇਕ ਫਸਲ ਤੇ ਕਰ ਸਕਦੇ ਹਾਂ ਜੀ, ਮੱਕੀ ਤੇ ਵੀ ਕਰ ਸਕਦੇ ਹਾਂ, ਕਣਕ ਤੇ ਵੀ ਕਰ ਸਕਦੇ ਹਾਂ, ਝੋਨੇ ਤੇ ਵੀ ਬਹੁਤ ਕਾਰਗਰ ਸਾਬਤ ਹੋਇਆ ਜੀ। ਇਹਦਾ ਰਿਜ਼ਲਟ ਹੌਲੀ ਹੌਲੀ ਆਉਂਦਾ ਜੀ, ਜਿਵੇਂ 3 ਸਪਰੇਆਂ ਕਰਾਂਗੇ ਉਦੋਂ ਵਧੀਆ ਰਿਜ਼ਲਟ ਆਉਂਦਾ ਜੀ। ਆਪਾਂ ਸਪਰੇਅ ਵਾਲਾ ਡਰਮ ਨਾਲ ਕਰਦੇ ਹਾਂ, ਉਵੇਂ ਸਪਰੇਅ ਹੋ ਜਾਂਦੀ ਹੈ ਜੀ। 1 ਏਕੜ ਦਾ 4 ਲੀਟਰ ਪੈਂਦਾ ਜੀ, ਪਾਣੀ 200 ਲੀਟਰ ਪੈ ਜਾਂਦਾ ਉਹਦੇ ਵਿੱਚ ਜੀ। ਜਿਵੇਂ ਉਦੋਂ ਬਾਅਦ ਸੰਭਾਲ ਕਰਕੇ ਉਦੋਂ ਬਾਅਦ ਪੁਣ ਕੇ ਰੱਖ ਦੋ ਜੀ, ਇਹ 2-3 ਸਾਲ ਤਾਈਂ ਖਰਾਬ ਨਹੀਂ ਹੁੰਦਾ ਜੀ। ਪਲਾਸਟਿਕ ਦੇ ਡਰਮ 'ਚ ਹੀ ਹੋਵੇ, ਇਹ ਲੋਹੇ 'ਚ ਘੱਟ ਕਾਮਯਾਬ ਆ ਜੀ। ਆਪਣੇ ਤਕਰੀਬਨ ਅੱਕ ਵੀ ਪਿੰਡ 'ਚ ਹੁੰਦਾ ਹੀ ਆ ਜੀ, ਧਤੂਰਾ ਵੀ ਹੁੰਦਾ ਜੀ, ਗਾਵਾਂ ਵੀ ਰੱਖੀਆਂ ਹੁੰਦੀਆਂ ਜੀ। ਗਾਵਾਂ ਹੈ ਨਹੀਂ, ਮੱਝਾਂ ਦਾ ਗੋਬਰ ਪਾ ਲਓ ਜੀ। ਜੇ ਕੋਈ ਇਹਦੇ ਖਰਚਾ ਲੰਬਾ ਚੌੜਾ ਨਹੀਂ, ਪਰ ਮਿਹਨਤ ਬਹੁਤ ਆ ਜੀ, ਮਿਹਨਤ ਨਾਲ ਹੀ ਬਣਦਾ ਜੀ ਇਹ। ਰੋਜ਼ ਮਿਹਨਤ 2 ਵਾਰੀ ਡੰਡਾ ਫੇਰਨਾ ਪੈਂਦਾ ਲਾਜ਼ਮੀ ਦਿਨ ਵਿੱਚ ਜੀ, ਇੱਕ ਸੁਬਾਹ ਇੱਕ ਸ਼ਾਮ ਨੂੰ ਜੀ। 40 ਦਿਨਾਂ 'ਚ ਤਿਆਰ ਹੋ ਜਾਂਦਾ ਜੀ ਇਹ। ਤਾਂ ਤੁਸੀਂ ਰਸਾਇਣਕ ਖਾਦਾਂ ਨਹੀਂ ਵਰਤਦੇ। ਤਾਂ ਕਈ ਕਹਿੰਦੇ ਨੇ ਕਿ ਵੀ ਖਾਦ ਬਿਨਾ ਝਾੜ ਨਹੀਂ ਹੁੰਦਾ, ਖਾਦ ਬਿਨਾ ਫਸਲ ਵੱਧਦੀ ਨਹੀਂ, ਫੁੱਲਦੀ ਨਹੀਂ, ਫਸਲ ਫੈਲਦੀ ਨਹੀਂ, ਉਹਦਾ ਪਸਾਰ ਨਹੀਂ ਹੁੰਦਾ, ਉਹਦਾ ਰੰਗ ਨਹੀਂ ਬਣਦਾ, ਉਹਦੇ ਦਾਣੇ ਨਹੀਂ ਬਣਦੇ, ਉਹਦਾ ਝਾੜ ਨਹੀਂ ਹੁੰਦਾ, ਹਨਾ। ਮੈਂ ਦੇਖਦਾ ਤੁਹਾਡੇ ਖੇਤ ਦੇ ਵਿੱਚ ਬਹੁਤ ਸੋਹਣਾ ਗੰਨਾ ਹੈ। ਗੰਨੇ ਦਾ ਭਾਵੇਂ ਤੁਹਾਡੇ ਦੀ ਆਪਾਂ ਲੰਬਾਈ ਦੇਖ ਕੇ ਜਾਂ ਮੋਟਾਈ ਦੇਖ ਕੇ ਜਾਂ ਇਹਦੀ ਹਰਿਆਲੀ ਦੇਖ ਕੇ ਜਾਂ ਗੰਨੇ ਦਾ ਸਵਾਦ ਦੇਖ ਕੇ ਤਾਂ ਬੜਾ ਆਨੰਦਦਾਇਕ ਗੰਨਾ ਹੈ। ਤਾਂ ਫਿਰ ਇਹ ਗੰਨੇ ਨੂੰ ਇੱਥੋਂ ਤੱਕ ਲਿਆਉਣ ਦੇ ਵਿੱਚ ਰਸਾਇਣਕ ਖਾਦਾਂ ਤੁਸੀਂ ਵਰਤੀਆਂ ਨਹੀਂ, ਤਾਂ ਫਿਰ ਕੀ ਹੱਲ ਲੱਭਿਆ, ਕੀ ਬਦਲ ਹੈ ਤੁਹਾਡੇ ਕੋਲੇ ਰਸਾਇਣਕ ਖਾਦਾਂ ਦਾ? ਇਹ ਕੁਦਰਤੀ ਖੇਤੀ ਨਾਲ ਜਦੋਂ ਜੁੜਦੇ ਆ ਜੀ, ਮੇਨ ਆਪਾਂ ਨੂੰ ਸਬਰ ਕਰਨਾ ਪੈਂਦਾ ਜੀ। ਹੁਣ ਕੋਈ ਵੀ ਚੀਜ਼ ਆ ਜੀ, ਹੁਣ ਪਹਿਲੇ ਗੱਲ ਉਹਦੀ ਝਾੜ ਵੀ ਘਟੂਗਾ ਜੀ, ਉਹ ਤੇ ਹੁਣ ਪਰੇਸ਼ਾਨੀਆਂ ਵੀ ਆਪਾਂ ਨੂੰ ਬਹੁਤ ਜ਼ਿਆਦਾ ਆਉਣਗੀਆਂ ਜੀ। ਉਹਨੂੰ ਆਪਾਂ ਛੱਡ ਦਈਏ, ਜਿਵੇਂ ਕਹਿ ਦਈਏ ਆਪਾਂ ਉਹਦੀ ਲੀਹ ਤੋਂ ਦੂਜੇ ਪਾਸੇ ਹੋ ਜਾਈਏ, ਉਹ ਕੰਮ ਨਹੀਂ ਹੁੰਦਾ ਜੀ।
ਪਹਿਲੇ ਸਾਲ ਆਪਾਂ ਥੋੜੀ ਦਿੱਕਤ ਆਊ, ਦੂਜੇ ਸਾਲ ਕੁਦਰਤ ਇੰਨੀ ਕਾਮਯਾਬ ਹੋ ਜਾਂਦੀ ਹੈ, ਬਿਮਾਰੀ ਦਾ ਅਟੈਕ ਅੱਧੇ ਤੋਂ ਵੱਧ ਘਟ ਜਾਂਦਾ ਜੀ। ਖਾਦਾਂ ਦਾ ਅਸੀਂ ਯੂਰੀਆ DAP ਕੋਈ ਵੀ ਚੀਜ਼ ਨਹੀਂ ਵਰਤਦੇ, ਕੋਈ ਸਪਰੇਅ ਨਹੀਂ ਵਰਤਦੇ ਜੀ। ਜ਼ਮੀਨ ਪਹਿਲਾਂ ਨਸ਼ੇ ਤੇ ਲੱਗੀ ਜਿਵੇਂ ਬੰਦਾ ਲੱਗ ਜਾਂਦਾ ਜੀ, ਹੁਣ ਤੀਜਾ ਸਾਲ ਹੋ ਗਿਆ ਸਾਨੂੰ ਕਰਦਿਆਂ ਨੂੰ ਜੀ। ਹੁਣ ਜਮਾਂ ਜ਼ਹਿਰ ਮੁਕਤ ਝਾੜ ਬਹੁਤ ਵਧੀਆ ਆਇਆ ਸੀ, ਬਹੁਤ ਵਧੀਆ ਰਿਜ਼ਲਟ ਨਿਕਲਿਆ ਜੀ। ਗੰਨਾ ਪਰ ਨਾਲੋਂ ਬਹੁਤ ਵੱਧ ਗਿਆ ਜੀ। ਇੱਕ ਸੀ ਰਹਿੰਦ ਖੂੰਦ ਵਿੱਚ ਬਾਅਦ ਨੇ ਰੂੜੀ ਦੀ ਖਾਦ, ਜਦੋਂ ਅਸੀਂ ਗੰਨਾ ਲਾਇਆ ਸੀ 12 ਟਰਾਲੀਆਂ ਪਾ ਕੇ ਜੀ ਭੁਰਪਰੀ ਰੂੜੀ ਦੀਆਂ ਫੇਰ ਲਾਇਆ ਸੀ ਜੀ। ਜਦੋਂ ਆਪਾਂ ਕੋਈ ਵੀ ਕੁਦਰਤੀ ਖੇਤੀ ਕਰਨੀ ਹੈ ਰੂੜੀ ਪਾ ਕੇ ਲਾਓ ਜੀ, ਉਹਦੇ ਬਿਨਾ ਕੁਦਰਤੀ ਖੇਤੀ ਕਾਮਯਾਬ ਨਹੀਂ ਹੁੰਦੀ। ਉਹ ਵੀ ਭੁਰਪਰੀ ਹੋਵੇ ਜੀ, ਗਿੱਲਾ ਗੋਹਾ ਨਾ ਹੋਵੇ ਜੀ। ਉਹਨੂੰ ਵਾੜਾਂ ਦੇਈ ਚੱਲੋ 4-5, ਜਦੋਂ ਸ਼ੱਕਰ ਵਰਗੀ ਬਣ ਜਾਂਦੀ ਆ ਉਦੋਂ ਉਹਨੂੰ ਵਾਹਣ ਵਿੱਚ ਪਾਓ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਕੁਦਰਤੀ ਵਿਧੀ ਰਾਹੀਂ ਗੰਨਾ ਅਤੇ ਹਲਦੀ ਪੈਦਾ ਕਰਨ ਵਾਲੇ ਅਗਾਂਹ ਵਧੂ ਅਤੇ ਨੌਜਵਾਨ ਕਿਸਾਨ ਸਰਦਾਰ ਗਗਨਦੀਪ ਸਿੰਘ ਕੁਲਾਰ, ਪਿੰਡ ਮਹਿਣਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਹੀ ਖੂਬਸੂਰਤ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਕੁਲਾਰ ਸਾਹਿਬ, ਜਿਹੜੀ ਕੁਦਰਤੀ ਖੇਤੀ ਹੈ ਇਹ ਸਾਡੇ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ ਹਨਾ। ਜਿਹੜੀ ਕੁਦਰਤੀ ਵਿਧੀ ਹੈ, ਕੁਦਰਤੀ ਵਿਧੀ ਰਾਹੀਂ ਤੁਸੀਂ ਆਪਣੇ ਖੇਤ ਦੇ ਵਿੱਚ ਗੰਨਾ ਪੈਦਾ ਕੀਤਾ, ਇਸ ਵਾਰੀ ਤੁਸੀਂ ਜਿਹੜੀ ਹਲਦੀ ਵੀ ਤੁਸੀਂ ਲਾਈ ਹੋਈ ਹੈ, ਇਸ ਖੇਤੀ ਦੇ ਵਿੱਚ ਫਿਰ ਜਿਹੜੇ ਨਦੀਨ ਵੀ ਹੁੰਦੇ ਹੋਣਗੇ, ਕਿਉਂਕਿ ਜਿਹੜੀ ਖੇਤੀ ਅਸੀਂ ਕੈਮੀਕਲ ਜਾਂ ਰਸਾਇਣਕ ਖੇਤੀ ਕਰਦੇ ਹਾਂ ਉਹਦੇ ਵਿੱਚ ਤਾਂ ਨਦੀਨਾਂ ਨੂੰ ਵੀ ਕੋਈ ਗੁੱਡਿਆ ਨਹੀਂ ਜਾਂਦਾ, ਕੋਈ ਹੱਥ ਨਾਲ ਨਹੀਂ ਕੱਢਿਆ ਜਾਂਦਾਗਾ, ਕੋਈ ਗੋਡੀ ਨਹੀਂ ਕੀਤੀ ਜਾਂਦੀ। ਜਿਹੜੇ ਨਦੀਨ ਆ ਉਹ ਖਤਮ ਕਰਨ ਦੇ ਲਈ ਨਦੀਨਨਾਸ਼ਕ ਵਰਤੇ ਜਾਂਦੇ ਆ। ਤਾਂ ਫਿਰ ਜਿਹੜੇ ਕੱਖ ਪੱਠੇ ਜਾਂ ਕੋਈ ਅਣਚਾਹੇ ਬੂਟੇ ਜਾਂ ਕਹਿ ਲਓ ਕਿ ਨਦੀਨ, ਉਹਨਾਂ ਨੂੰ ਰੋਕਣ ਦੇ ਵਾਸਤੇ ਕੁਲਾਰ ਸਾਹਿਬ ਨੇ ਕੀ ਹੱਲ ਲੱਭਿਆ? ਜਿਹੜੀ ਕੁਦਰਤੀ ਖੇਤੀ ਹੈ ਜੀ, ਨਦੀਨ ਦੀ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ। ਇਹ ਤਾਂ ਜੀ ਲੇਬਰ ਤੋਂ ਕਢਾਉਣੇ ਪੈਂਦੇ ਆ ਜੀ, ਕਸੀਏ ਨਾਲ ਮਾਰ ਕੇ ਜਾਂ ਆਪ ਜੀ। ਅਸੀਂ ਕੋਈ ਨਦੀਨ ਦਾ ਕੋਈ ਸਪਰੇਅ ਖੱਬਲ ਵਾਲੀ ਅਸੀਂ 4 ਸਪਰੇਅ ਵੱਟ ਤੇ ਵੀ ਨਹੀਂ ਮਾਰਦੇ ਜੀ। ਇੱਕ ਪਾਸੇ ਅਸੀਂ ਰਸਾਇਣਕ ਖੇਤੀ ਕਰ ਰਹੇ ਹਾਂ, ਦੂਜੇ ਪਾਸੇ ਕਣਕ ਦਾ ਜਿਹੜਾ ਨਾੜ ਹੈ ਜਾਂ ਖਾਸ ਕਰਕੇ ਝੋਨੇ ਦੀ ਜਿਹੜਾ ਰਹਿੰਦ ਖੂੰਦ ਹੈ ਜਾਂ ਝੋਨੇ ਦਾ ਜਿਹੜਾ ਨਾੜ ਹੈ ਉਹਨੂੰ ਅਸੀਂ ਅੱਗ ਲਾ ਰਹੇ ਹਾਂ। ਤੇ ਉਹਦੇ ਕਰਕੇ ਕੁਲਾਰ ਸਾਹਿਬ ਜਿਹੜੇ ਖੇਤਾਂ ਦੇ ਵਿੱਚੋਂ ਮਿੱਤਰ ਪੰਛੀ, ਮਿੱਤਰ ਕੀਟ ਹੁੰਦੇ ਆ ਉਹ ਮਾਰੇ ਜਾਂਦੇ ਆ ਹਨਾ। ਤਾਂ ਫਿਰ ਤੁਸੀਂ ਜਦੋਂ ਨਾ ਤਾਂ ਜ਼ਹਿਰਾਂ ਦੀ ਵਰਤੋਂ ਕਰਦੇ ਹੋ, ਨਾ ਤੁਸੀਂ ਕੋਈ ਰਸਾਇਣਕ ਖਾਦਾਂ ਦੀ ਵਰਤੋਂ ਕਰਦੇ ਹੋ ਹਨਾ, ਤਾਂ ਪੂਰਾ ਇੱਕ ਕੁਦਰਤ ਦਾ ਇੱਕ ਸਮਤੋਲ ਬਣਾ ਕੇ ਰੱਖਿਆ ਹੋਇਆ ਤੁਸੀਂ ਆਪਣੇ ਖੇਤ ਦੇ ਵਿੱਚ। ਤਾਂ ਤੁਹਾਡੇ ਖੇਤ ਦੇ ਵਿੱਚ ਬਹੁਤ ਸਾਰੇ ਫਿਰ ਮਿੱਤਰ ਪੰਛੀ, ਮਿੱਤਰ ਕੀਟ ਵੀ ਤੁਹਾਡੀ ਜਿਹੜੀ ਕੁਦਰਤੀ ਖੇਤੀ 'ਚ ਮਦਦ ਕਰਦੇ ਹੋਣਗੇ। ਜਿਵੇਂ ਹੁਣ ਮਿੱਤਰ ਕੀੜੇ ਗੜੋਇਆਂ ਦੀ ਮਾਤਰਾ ਬਹੁਤ ਵੱਧ ਜਾਂਦੀ ਹੈ, ਉਦੋਂ ਚਿੜੀ ਜਿਵੇਂ ਪੰਛੀ ਆਉਣ ਲੱਗ ਜਾਂਦੇ, ਫਿਰ ਇਹ ਆਏ ਆ ਜੀ। ਉਦੋਂ ਬਾਅਦ ਜੋ ਚੀਜ਼ ਬਹੁਤ ਵਧੀਆ ਪੱਕ ਕੇ ਕੁਦਰਤ ਦੇ ਹਿਸਾਬ ਨਾਲ ਪੱਕਦੀ ਹੈ, ਬਹੁਤ ਮਿੱਠੀ ਬਣਦੀ ਹੈ ਜੀ। ਜਿਵੇਂ ਹੁਣ ਗੰਨੇ ਦੇ ਮਿਠਾਸ ਬਹੁਤ ਨਿਆਜ਼ ਵੱਧ ਗਈ, 2 ਸਾਲਾਂ ਨਾਲ ਆਈ ਸੀ, ਬਹੁਤ ਜ਼ਿਆਦਾ ਮਿੱਠਾ ਨਿਕਲਿਆ ਗੰਨਾ। ਮਿੱਤਰ ਕੀੜੇ ਜਿਵੇਂ ਗੜੋਏ ਹੋ ਗਏ ਉਹ ਬਹੁਤ ਵੱਡੀ ਮਾਤਰਾ 'ਚ ਆ ਜੀ। ਫਿਰ ਐ ਚਿੜੀਆਂ ਜੀ ਉੱਤੇ ਆਲ੍ਹਣੇ ਪਾ ਲੈਂਦੀਆਂ ਜੀ। ਫਿਰ ਇੱਕ ਭੂੜੀ ਕੀੜੀ ਬਹੁਤ ਲੱਗਦੀ ਹੈ, ਸੁੰਡੀ ਨੂੰ ਬਹੁਤ ਰੋਕਦੀ ਹੈ। ਜਿੰਨੇ ਗੰਨੇ 'ਚ ਭੂੜੀ ਕੀੜੀ ਹੋਊਗੀ ਉਹਨਾਂ ਗੰਨਾ ਕਾਣਾ ਘੱਟ ਹੋਊਗਾ ਜੀ। ਚੂਹੇ ਹਰੇਕ ਸਾਲ ਗੰਨੇ ਦੀ ਫਸਲ ਦਾ ਬੜਾ ਨੁਕਸਾਨ ਕਰਦੇ ਨੇ। ਤੁਸੀਂ ਦੱਸਿਆ ਕਿ ਕੋਈ ਜ਼ਹਿਰਾਂ ਦੀ ਵਰਤੋਂ ਤੁਸੀਂ ਕਰਦੇ ਨਹੀਂ, ਕੋਈ ਰਸਾਇਣਕ ਖਾਦਾਂ ਦੀ ਵਰਤੋਂ ਤੁਸੀਂ ਕਰਦੇ ਨਹੀਂ, ਤਾਂ ਫਿਰ ਜਿਹੜੇ ਤੁਹਾਡੇ ਖੇਤਾਂ ਦੇ ਵਿੱਚ ਚੂਹੇ ਤੁਹਾਡੇ ਗੰਨੇ ਦੀ ਫਸਲ ਨੂੰ ਬਰਬਾਦ ਕਰਦੇ ਆ, ਉਹਦੇ ਵਾਸਤੇ ਫਿਰ ਤੁਸੀਂ ਕੀ ਢੰਗ ਤਰੀਕਾ ਲੱਭਿਆ ਦੇਸੀ ਜਾਂ? ਚੂਹਿਆਂ ਦਾ ਕੋਈ ਜੀ ਲੱਭਿਆ ਨਹੀਂ ਤਰੀਕਾ, ਉਹਦਾ ਇਹੀ ਲੱਭਿਆ ਕਿ ਗੰਨਾ ਤਾਂ ਹੀ ਦੂਰੀ ਤੇ ਲਾਇਆ ਜੀ। ਉਹਦੇ ਕਾਰਨ ਹੁਣ ਜਿਵੇਂ ਵਿੱਚ ਬੰਦਾ ਜਾਊਗਾ ਉਹ ਕੋਈ ਹੁਣ ਉਹਦਾ ਇਲਾਜ ਕਰ ਦੂਗਾ ਜੀ। ਅੱਗੇ ਸੰਘਣਾ ਹੁੰਦਾ ਸੀ ਉਹਦੇ ਕਰਕੇ ਬੰਦਾ ਜਾਂਦਾ ਨਹੀਂ ਸੀ, ਇਹੀ ਇਲਾਜ ਲੱਭਿਆ ਜੀ। ਬਿਰਲਾ ਲਾਇਆ ਗੰਨਾ, ਉਹਦੇ ਕਾਰਨ ਹੁਣ ਘੱਟ ਪਊਗਾ ਚੂਹਾ ਜੀ। ਜਦੋਂ ਗੰਨਾ ਡਿੱਗਿਆ ਜੀ ਚੂਹਾ ਪੈਣਾ ਹੀ ਪੈਣਾ ਜੀ ਲਾਜ਼ਮੀ, ਉਹਦਾ ਕੋਈ ਹੱਲ ਨਹੀਂ। ਇੱਕ ਜਿਹੜੀ 85 ਵੈਰਾਈਟੀ ਲਾਉਣੇ ਇਹਨੂੰ ਚੂਹੇ ਦਾ ਅਟੈਕ ਆਉਂਦਾ ਵੀ ਬਹੁਤ ਨਜਾਇਜ਼ ਜ਼ਿਆਦਾ ਹੈ ਜੀ। ਤਾਂ ਤੁਸੀਂ ਗੰਨੇ ਦੀ ਜਿਹੜੀ 85 ਕਿਸਮ ਲਾਈ ਹੈ, ਤੇ ਜਿਹੜਾ ਇਹ COG 85 ਗੰਨਾ ਹੈ, ਇਹ ਕਿਹੋ ਜਿਹਾ ਗੰਨਾ ਹੁੰਦਾ? ਇੱਕ ਜੀ ਇਹ ਮਿਠਾਸ ਚ ਬਹੁਤ ਹੁੰਦਾ ਜੀ, ਤਾਂ ਹੀ ਇਹ ਜੂਸ ਵਾਲੇ ਲੈ ਕੇ ਜਾਂਦੇ। ਕੱਦ ਬਹੁਤ ਹੁੰਦਾ, ਇੱਕ ਮਿਠਾਈ ਚ ਵੀ ਬਹੁਤ ਮੋਟਾ ਹੁੰਦਾ ਗੰਨਾ ਜੀ। ਇਹ 3 ਕਿਲੋ ਦਾ ਵੀ ਗੰਨਾ ਨਿਕਲ ਆਉਂਦਾ ਜੀ ਇੱਕ ਗੰਨਾ ਜੀ। ਕੁਲਾਰ ਸਾਹਿਬ, ਜਿਵੇਂ ਗੰਨੇ ਦੀ ਫਸਲ ਹੈ ਬਹੁਤ ਲੰਬਾਈ ਦੇ ਵਿੱਚ ਹੋਣ ਕਰਕੇ, ਮੋਟਾਈ ਦੇ ਵਿੱਚ ਹੋਣ ਕਰਕੇ ਭਾਰ ਵੀ ਜਿਹੜਾ ਗੰਨੇ ਦਾ ਕਾਫੀ ਹੋ ਜਾਂਦਾ ਹੈ। ਅੱਗੇ ਗਰਮੀ ਦੇ ਮੌਸਮ ਦੇ ਵਿੱਚ ਤੇਜ਼ ਹਵਾਵਾਂ ਵੀ ਚੱਲਦੀਆਂ ਨੇ, ਹਨੇਰੀਆਂ ਵੀ ਆਉਂਦੀਆਂ ਨੇ, ਖਰਾਬ ਮੌਸਮ ਵੀ ਹੁੰਦਾ, ਤੇ ਫਿਰ ਖਰਾਬ ਮੌਸਮ ਕਿੱਥੋਂ ਤੱਕ ਗੰਨੇ ਦੀ ਫਸਲ ਨੂੰ ਪ੍ਰਭਾਵਿਤ ਕਰਦਾ, ਤੇ ਫਿਰ ਉਹਦਾ ਕੀ ਹੱਲ ਹੁੰਦਾ ਵੀ ਤਾਂ ਜੋ ਮੌਸਮ ਦੀ ਮਾਰ ਤੋਂ ਜਾਂ ਉਹਦੇ ਪ੍ਰਭਾਵ ਤੋਂ ਬਚਾ ਸਕੀਏ ਆਪਾਂ ਗੰਨੇ ਨੂੰ? ਇੱਕ ਤਾਂ ਜੀ ਗੰਨੇ ਨਾਲ ਮਿੱਟੀ ਲਾਉਣੀ ਬਹੁਤ ਜ਼ਰੂਰੀ ਰਹਿੰਦੀ ਹੈ ਜੀ। ਚਲੋ ਜਦੋਂ ਹੋ ਗਿਆ 6-7 ਫੁੱਟ ਦਾ ਜੀ, ਉਦੋਂ ਬਾਅਦ ਚ ਬਣਾਈ ਹੋਣੀ ਲਾਜ਼ਮੀ ਜ਼ਰੂਰੀ ਹੈ ਜੀ। ਫਿਰ ਡਿੱਗਦਾ ਨਹੀਂ, ਡਿੱਗੂਗਾ ਤਾਂ ਉਹਨੂੰ ਚੂਹਾ ਪਊਗਾ ਹੀ ਪਊਗਾ ਜੀ। ਲੇਬਰ ਬਹੁਤ ਪੈ ਜਾਂਦੀ ਹੈ ਬਣਾਈ ਤੇ। ਮਿੱਟੀ 3 ਵਾਰੀ ਘੱਟੋ ਘੱਟ ਗੋਡੀ ਹੋਣੀ ਚਾਹੀਦੀ ਹੈ ਜੀ, ਮਿੱਟੀ ਲੱਗਣੀ ਚਾਹੀਦੀ ਹੈ ਜੀ। ਪਾਣੀ, ਕਿਉਂਕਿ ਧਰਤੀ ਹੇਠਲੇ ਵੀ ਤੁਹਾਡੇ ਇਲਾਕੇ ਦੇ ਵਿੱਚ ਬਹੁਤੇ ਕੋਈ ਡੂੰਘੇ ਨਹੀਂ, ਨਹਿਰੀ ਪਾਣੀ ਦੀ ਵੀ ਸੁਵਿਧਾ ਤੁਹਾਡੇ ਕਾਫੀ ਹੈ। ਤਾਂ ਜੇ ਆਪਾਂ ਸਿੰਚਾਈ ਦੀ ਗੱਲ ਕਰੀਏ ਤਾਂ ਗੰਨੇ ਦੀ ਫਸਲ ਨੂੰ ਮਤਲਬ ਕਿਹੋ ਜਿਹੇ ਪਾਣੀ ਦੀ ਲੋੜ ਹੁੰਦੀ ਹੈ, ਕਿੰਨੇ ਕੁ ਪਾਣੀਆਂ ਦੀ ਲੋੜ ਹੁੰਦੀ ਹੈ, ਤੇ ਤੁਹਾਡਾ ਫਿਰ ਸਿੰਚਾਈ ਪ੍ਰਬੰਧ ਕਿਹੋ ਜਿਹਾ ਗਗਨਦੀਪ ਜੀ? ਅਸੀਂ ਮੋਗੇ ਦੇ ਪਾਣੀ ਲਾਉਣੇ ਆ ਜੀ, ਬੋਰ ਵਾਲਾ ਪਾਣੀ ਅਸੀਂ ਬਹੁਤ ਘੱਟ ਲਾਉਣੇ ਆ ਜੀ। ਤੇ ਇਹਨੂੰ 15 ਦਿਨਾਂ ਤੋਂ ਪਾਣੀ ਲੱਗ ਜੇ ਤਾਂ ਬਹੁਤ ਚੰਗਾ ਜੀ। ਉਹ ਮਹੀਨੇ ਤੋਂ ਤਾਂ ਲਾਜ਼ਮੀ ਲੱਗੇ ਜੀ ਪਾਣੀ। ਜਦੋਂ ਪੱਕ ਜਾਂਦਾ ਜੀ ਇਹ ਗੰਨਾ ਜਨਵਰੀ, ਫਰਵਰੀ, ਮਾਰਚ ਤਾਈਂ ਜੀ, ਉਦੋਂ ਇਹਨੂੰ ਪਾਣੀ ਲੱਗਣੇ ਕਾਫੀ ਜ਼ਰੂਰੀ ਹੈ ਜੀ। ਉਦੋਂ ਇਹ 10-10 ਦਿਨਾਂ ਤੋਂ ਪਾਣੀ ਭਾਲਦਾ ਜੀ।
ਖੇਤਾਂ ਦੇ ਵਿੱਚ ਸਾਡੇ ਕਿਸਾਨ ਭਰਾ ਦਾਲਾਂ, ਫਲ, ਸਬਜ਼ੀਆਂ, ਗੰਨਾ, ਹੋਰ ਬਹੁਤ ਸਾਰੀਆਂ ਫਸਲਾਂ ਪੈਦਾ ਕਰ ਲੈਂਦੇ ਆ, ਪਰ ਕਈ ਵਾਰੀ ਮੰਡੀਕਰਨ ਦੀ ਦਿੱਕਤ ਆਉਂਦੀ ਹੈ। ਤਾਂ ਫਿਰ ਇਹ ਜਿਹੜਾ ਗੰਨਾ ਤੁਸੀਂ ਕੁਦਰਤੀ ਵਿਧੀ ਰਾਹੀਂ ਤਿਆਰ ਕੀਤਾ ਹੈ, ਕੋਈ ਇਹਦੇ ਵਿੱਚ ਕਿਸੇ ਕਿਸਮ ਦੇ ਕੋਈ ਜ਼ਹਿਰ ਨਹੀਂ, ਕੋਈ ਰਸਾਇਣਕ ਖਾਦ ਨਹੀਂ ਤੁਸੀਂ ਵਰਤੀ, ਇੱਕ ਢੰਗ ਦਾ ਇਹ ਅੰਮ੍ਰਿਤਮਈ ਗੰਨਾ ਹੈ। ਤਾਂ ਇਹਨੂੰ ਫਿਰ ਵੇਚਣ ਵਾਸਤੇ ਤੁਸੀਂ ਬਾਜ਼ਾਰ 'ਚ ਲੈ ਕੇ ਜਾਂਦੇ ਹੋ ਕਿ ਤੁਹਾਡੇ ਕੋਲੇ ਗ੍ਰਾਹਕ ਚੱਲ ਕੇ ਆਉਂਦੇ ਨੇ, ਤੇ ਇਹ ਗੰਨਾ ਮੁੱਖ ਤੌਰ ਤੇ ਕਿੱਥੇ ਵਰਤਿਆ ਜਾਂਦਾ ਤੇ ਕੀ ਭਾਅ ਵਿਕਦਾ? ਇਹ ਜੀ ਆਪਣੇ ਤੋਂ ਜੂਸ ਵਾਲੇ ਲੈ ਜਾਂਦੇ ਆ, ਇੱਥੋਂ ਆਪੇ ਆ ਕੇ ਜੀ ਡੱਬ ਵਾਲੀ ਨੇੜੇ ਨਗ ਲੈਂਦੇ ਜੀ, ਜਿਹੜੇ ਲੋਕਲ ਰੇਹੜੀਆਂ ਲਾਉਂਦੇ ਉਹ ਲੈ ਜਾਂਦੇ ਆ ਜੀ। ਕੁਛ ਅਸੀਂ ਗੁੜ ਲਈ ਵੀ ਬਹੁਤ ਵਰਤਦੇ ਆ, ਆਪਣੇ ਰਿਸ਼ਤੇਦਾਰ ਕਢਾ ਕੇ ਲੈ ਜਾਂਦੇ ਆ ਜੀ, ਕੋਈ 50 ਕਿਲੋ ਲੈ ਕੁਆਂਟਲ ਲੈ ਕੇ ਉਹਨੂੰ ਕਢਾ ਕੇ ਦੇ ਦੇਈਦਾ ਜੀ। ਮੇਨ ਅਸੀਂ ਜੂਸ ਵਾਲਿਆਂ ਨੂੰ ਵੀ ਦਿੰਦੇ ਆ, ਗੁੜ ਵੀ ਇਹਦਾ ਕਢਾਉਣੇ ਆ ਜੀ ਕਾਫੀ। ਰੇਟ ਇਹਦਾ ਜੀ ਜਦੋਂ ਸਟਾਰਟਿੰਗ ਸਰਦੀ ਹੁੰਦੀ, ਜੋ ਗਰਮੀ ਚੱਲਦੀ ਆ ਉਦੋਂ ਤਾਂ ਜੀ 500-550 ਹੁੰਦਾ ਜੀ। ਜਿਵੇਂ ਹੁਣ ਆ ਗਿਆ ਸਮੇਂ ਦੀ 700 ਰੁਪਏ ਰੇਟ ਹੋ ਜਾਂਦਾ, 700-750 ਜੀ ਕੁਆਂਟਲ ਦੇ ਹਿਸਾਬ ਨਾਲ ਜੀ। ਕਿਹੜੇ ਮਹੀਨੇ ਦੇ ਵਿੱਚ ਜਿਹੜਾ ਗੰਨਾ ਹੈ ਉਹ ਮੰਡੀ ਵਾਸਤੇ ਤੁਸੀਂ ਖੇਤੋਂ ਲੈ ਕੇ ਜਾਣਾ ਸ਼ੁਰੂ ਕਰ ਦਿੰਦੇ ਹੋ, ਤੇ ਅੰਦਾਜ਼ਨ ਫਿਰ ਕਿਹੜੇ ਮਹੀਨੇ ਤੱਕ ਇਸ ਦੀ ਜਿਹੜੀ ਪਟਾਈ ਹੈ ਜਾਂ ਕਹਿ ਲਓ ਕਿ ਮੰਡੀਕਰਨ ਦਾ ਇਹ ਹਿੱਸਾ ਬਣਦਾ ਰਹਿੰਦਾ? 1 ਸਾਲ ਦੀ ਖੇਤੀ ਹੁੰਦੀ ਹੈ ਜੀ ਇਹ ਗੰਨੇ ਦੀ। 15 ਫਰਵਰੀ ਤੋਂ ਅਸੀਂ ਸਟਾਰਟ ਕਰ ਦਿੰਨੇ ਜੀ ਪੱਟਣਾ, ਉਦੋਂ ਲੈ ਜਾਂਦੇ ਜੂਸ ਵਾਲੇ ਜੀ। ਉਦੋਂ ਮੰਨ ਕੇ ਚੱਲੋ ਜਿੰਨਾ ਬਾਣ ਜ਼ਿਆਦੇ ਆ ਫਿਰ ਥੋੜਾ ਜਿਹਾ ਲੰਬਾ ਚੱਲ ਜਾਂਦਾ, ਜਿਵੇਂ ਜਿਹਦੇ ਕੋਲ ਹੈ ਥੋੜਾ ਜੀ ਫਿਰ ਇਹ 20-25 ਦਿਨਾਂ 'ਚ ਹੀ ਖਤਮ ਹੋ ਜਾਂਦਾ ਜੀ। ਇਹ ਜਿਵੇਂ ਆਪਣਾ ਗੰਨਾ ਖੜਾ ਜੀ, ਫਿਰ ਤਾਂ ਉਹਨੂੰ 2 ਮਹੀਨੇ ਠਾਲੋ, ਆਪਣਾ ਮਹੀਨਾ ਠਾਲੋ, 3 ਠਾਲੋ ਜੀ, ਫਿਰ ਤਾਂ ਖੜੋ। ਜੇ ਚੂਹਾ ਪੈ ਗਿਆ ਉਦੋਂ ਤੁਹਾਨੂੰ ਵੇਚਣਾ ਹੀ ਪਊਗਾ ਜੀ, ਸਸਤਾ ਮਹਿੰਗਾ ਜੀ। ਮੇਨ ਸਮੱਸਿਆ ਜਦੋਂ ਗਿਰ ਗਿਆ ਜੀ। ਕਿਸਾਨ ਵੀਰੋ ਤੇ ਭੈਣੋ, ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚ ਕੁਦਰਤੀ ਵਿਧੀ ਰਾਹੀਂ ਗੰਨਾ ਅਤੇ ਹਲਦੀ ਪੈਦਾ ਕਰਨ ਵਾਲੇ ਅਗਾਂਹਵਧੂ ਅਤੇ ਨੌਜਵਾਨ ਕਿਸਾਨ ਸਰਦਾਰ ਗਗਨਦੀਪ ਸਿੰਘ ਕੁਲਾਰ, ਪਿੰਡ ਮਹਿਣਾ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਨਾਲ ਇਹ ਖੂਬਸੂਰਤ ਗੱਲਾਂ ਬਾਤਾਂ ਅਸੀਂ ਕਰ ਰਹੇ ਹਾਂ। ਤਾਂ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਕੁਲਾਰ ਸਾਹਿਬ ਫਿਰ ਝਾੜ ਅੰਦਾਜ਼ਨ ਕਿੰਨਾ ਕੁ ਹੋ ਜਾਂਦਾ ਤੁਹਾਡਾ? ਪਹਿਲੀ ਗੇੜੇ ਅਸੀਂ ਲਾਇਆ ਸੀ 2 ਸਾਲ ਹੋ ਗਏ ਜੀ। ਪਹਿਲੇ ਗੇੜੇ 200 ਕੁਆਂਟਲ ਹੋਇਆ ਸੀ ਕੁਦਰਤੀ ਵਿਧੀ ਨਾਲ, ਉਦੋਂ ਅਗਲੇ ਗੇੜੇ ਜੀ 250 ਕੁਆਂਟਲ ਹੋ ਗਿਆ। ਐਕਤੀ ਸਾਡਾ ਤੀਜਾ ਸਾਲ ਹੋ ਗਿਆ ਜੀ, 300 ਕੁਆਂਟਲ ਨਿਕਲਿਆ ਜੀ ਐਕਤੀ। ਜਿੰਨਾ ਆਮ ਗੰਨਾ ਹੁੰਦਾ ਉਹਨਾਂ ਹੁਣ ਨਿਕਲਣ ਲੱਗ ਗਿਆ ਜੀ। ਤਾਂ ਕੁਲਾਰ ਸਾਹਿਬ, ਕੁਦਰਤੀ ਵਿਧੀ ਰਾਹੀਂ ਤੁਸੀਂ ਆਪਣੇ ਖੇਤ ਦੇ ਵਿੱਚ COG 85 ਕਿਸਮ ਦਾ ਜਿਹੜਾ ਗੰਨਾ ਲਾਇਆ, ਤੇ ਬਹੁਤ ਵਧੀਆ ਗੰਨਾ ਤੁਹਾਡੇ ਖੇਤ ਦੇ ਵਿੱਚ ਖੜਾ ਹੈ, ਤੇ ਬਹੁਤ ਸਾਰਾ ਜਿਹੜਾ ਮੰਡੀ ਦਾ ਹਿੱਸਾ ਵੀ ਬਣ ਚੁੱਕਾ ਹੈ। ਤਾਂ ਜੇ ਆਪਾਂ ਸਮੁੱਚੇ ਗੱਲ ਕਰੀਏ, ਕਿਉਂਕਿ 300 ਕੁਆਂਟਲ ਦੇ ਕਰੀਬ ਇਸ ਵਾਰੀ ਗੰਨੇ ਦਾ ਝਾੜ ਹੋਣ ਦੀ ਤੁਹਾਨੂੰ ਉਮੀਦ ਹੈ, ਤਾਂ ਜੇ ਆਪਾਂ ਗੱਲ ਕਰੀਏ ਤਾਂ ਕੁੱਲ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਤੁਹਾਡਾ ਕੁਦਰਤੀ ਵਿਧੀ ਰਾਹੀਂ ਗੰਨਾ ਪੈਦਾ ਕਰਨ ਤੇ ਕਿੰਨਾ ਕੁ ਖਰਚਾ ਆ ਜਾਊਗਾ, ਤੇ ਇਹ ਖਰਚਾ ਕੱਢ ਕੇ ਆਮਦਨ ਕਿੰਨੀ ਕੁ ਹੋ ਸਕਦੀ ਹੈ? 100 ਰੁਪਏ ਜੀ ਇਹਦੇ ਕੁਆਂਟਲ ਲੇਬਰ ਆ ਜਾਂਦੀ ਛਾਂਗਣ ਦੀ ਜੀ, ਤੇ ਇਹ ਬਾਕੀ ਬੀ ਪੈ ਜਾਂਦਾ ਜੀ 12-15 ਹਜ਼ਾਰ ਦਾ। ਹੁਣ ਕੁਦਰਤੀ ਖੇਤੀ ਦੇ ਹਿਸਾਬ ਨਾਲ ਕਰਦੇ ਹੋਰ ਤੇ ਕੋਈ ਖਰਚਾ ਨਹੀਂ। ਬਾਕੀ ਜਿਹੜਾ ਲੇਬਰ ਦਾ ਹੈਗਾ ਜੀ, 2 ਇਹਨੂੰ ਗੁੱਡੀਆਂ ਪੈਣੀਆਂ, ਉਹਦਾ ਖਰਚਾ ਆ ਜਾਂਦਾ 10,000 ਰੁਪਏ ਜੀ। 70,000 ਰੁਪਏ ਜੀ ਸਾਰੇ ਖਰਚੇ ਕੱਢ ਕੇ ਬਚਤ ਹੋ ਜਾਂਦੀ ਹੈ। ਚਲੋ ਐ ਮੇਨ ਆਪਦੀ ਧਰਤੀ ਬਚੀ ਰਹਿੰਦੀ ਹੈ ਜੀ, ਬਾਣ ਬਣਦਾ ਜੀ। ਜਿਹੜੀ ਐਕਤੀ ਹਲਦੀ ਦਾ ਟ੍ਰਾਇਲ ਲਾਇਆ ਜੀ ਉਹ ਹੋ ਜੂਗੀ ਵਿੱਚ ਜੀ ਕੋਈ 20,000 ਰੁਪਏ ਦੀ ਲੇਬਰ ਦਾ ਖਰਚਾ ਕੱਢ ਜੂਗੀ ਜੀ, ਉਹਦੇ ਨਾਲ ਬਹੁਤ ਸਾਰਾ ਲੱਗ ਜਾਂਦਾ ਜੀ। ਤਾਂ ਕੁਲਾਰ ਸਾਹਿਬ, ਜਿਹੜੀ ਹਲਦੀ ਦਾ ਟ੍ਰਾਇਲ ਤੁਸੀਂ ਭਾਵੇਂ ਪਹਿਲੀ ਵਾਰੀ ਲਾਇਆ ਹੈ, ਪਰ ਪੂਰੇ ਏਕੜ ਦੇ ਵਿੱਚ ਤੁਸੀਂ ਹਲਦੀ ਲਾਈ ਹੈ, ਬਹੁਤ ਤਕਨੀਕ ਦੇ ਨਾਲ ਲਾਈ ਹੈ, ਤੇ ਜੇ ਮੌਸਮ ਨੇ ਸਾਥ ਦਿੱਤਾ, ਕੁਦਰਤ ਨੇ ਸਾਥ ਦਿੱਤਾ, ਮਿਹਨਤ ਤਾਂ ਤੁਸੀਂ ਵਧੀਆ ਕਰ ਹੀ ਰਹੇ ਹੋ ਤੁਸੀਂ ਤੇ ਤੁਹਾਡਾ ਪਰਿਵਾਰ, ਤਾਂ ਫਿਰ ਝਾੜ ਕਿੰਨਾ ਕੁ ਨਿਕਲ ਸਕਦਾ ਹਲਦੀ ਦਾ? 20 ਕੁਆਂਟਲ ਦੀ ਉਮੀਦ ਰੱਖਦੇ ਆ ਜੀ ਅਸੀਂ। ਨਕਲਾਂ ਦੇ ਹਲਦੀ ਦਾ ਨਿਕਲ ਜੂ ਝਾੜ ਜੀ ਘੱਟ ਤੋਂ ਘੱਟ ਜੀ, ਬਾਕੀ ਹਜੇ ਲੱਗੇ ਤੋਂ ਪਤਾ ਲੱਗੂ ਜਦੋਂ ਪੱਟਾਂਗੇ ਜੀ। ਜਿਹੜਾ ਇੱਕ ਜ਼ਹਿਰ ਵਾਲਾ ਜਾਂ ਕਹਿ ਲਓ ਕਿ ਇੱਕ ਜ਼ਹਿਰੀਲਾ ਗੰਨਾ ਹੈ, ਜਾਂ ਕਹਿ ਲਓ ਕਿ ਰਸਾਇਣਕ ਖੇਤੀ ਰਾਹੀਂ ਪੈਦਾ ਕੀਤਾ ਹੈ, ਤੇ ਤੁਸੀਂ ਕੁਦਰਤੀ ਵਿਧੀ ਰਾਹੀਂ ਪੈਦਾ ਕੀਤਾ ਹੈ, ਤੇ ਇਹਨਾਂ ਦਾ ਜਿਹੜਾ ਝਾੜ ਤਾਂ ਬਰਾਬਰ ਹੀ ਹੋ ਗਿਆ ਤੁਸੀਂ ਦੱਸਿਆ, ਤੇ ਫਿਰ ਜਦੋਂ ਤੁਸੀਂ ਵੇਚਦੇ ਆ ਤੁਹਾਨੂੰ ਫਿਰ ਵੱਧ ਮੁੱਲ ਮਿਲਦਾ ਹੋਊ ਕਿ ਉਸੇ ਭਾਅ ਹੀ ਜਾਂਦਾ? ਨਹੀਂ, ਭਾਅ ਤਾਂ ਸਾਡਾ ਉਸੇ ਜਾਂਦਾ ਜੀ। ਕੁਦਰਤੀ ਵਿਧੀ ਨਾਲ ਮਿੱਠਾ ਜ਼ਿਆਦਾ ਹੁੰਦਾ, ਬਿੱਕ ਸਾਡਾ ਸੌਖਾ ਜਾਂਦਾ ਜੀ, ਗਾਹਕ ਭੱਜਿਆ ਹੁੰਦਾ ਜਾਂਦਾ। ਉਹਦੇ ਵਿੱਚ ਸਾਨੂੰ ਇਹ ਮੇਨ ਬੈਨੀਫਿਟ ਮਿਲਿਆ ਜੀ, ਗਾਹਕ ਵਧੀਆ ਆ ਕੇ ਲੈ ਜਾਂਦਾ ਜੀ। ਚੀਜ਼ ਤੁਹਾਡੀ ਖੜਦੀ ਨਹੀਂ ਜਿਹੜੀ ਕੁਦਰਤੀ ਵਿਧੀ ਨਾਲ ਹੋਊਗੀ ਜੀ। ਗਾਹਕ ਨੂੰ ਪਰਖ ਬਹੁਤ ਆ ਗਈ ਜੀ, ਅੱਜ ਕੱਲ ਬਹੁਤ ਜਾਗਰੂਕ ਹੋ ਗਏ ਲੋਕ। ਤੇ ਅੱਜ ਕੱਲ ਬਹੁਤ ਸਾਰੇ ਜਿਹੜੇ ਕਿਸਾਨ ਭਰਾ ਉਹ ਗੁੜ ਸ਼ੱਕਰ ਵੀ ਤਿਆਰ ਕਰਾ ਲੈਂਦੇ ਆ ਘਲਾੜਿਆਂ ਤੇ ਆਪ ਦਾ ਗੰਨਾ ਲਿਜਾ ਕੇ, ਤਾਂ ਫਿਰ ਇਹ ਵੀ ਲਾਹਾ ਲੈਂਦੇ ਹੋਵੋਗੇ? ਮੇਨ ਆਹ ਲਾਹਾ ਜੀ, ਗੁੜ ਘਰ ਦਾ ਹੋ ਜਾਂਦਾ ਜੀ, ਸ਼ੱਕਰ ਘਰ ਦੀ ਹੋ ਜਾਂਦੀ ਹੈ ਤਿਆਰ ਜੀ। ਕੋਈ ਰਿਸ਼ਤੇਦਾਰਾਂ ਨੂੰ ਦੇ ਦੇਈਏ ਕਢਾ ਕੇ, ਕੁਛ ਉਹ ਲੈ ਜਾਂਦੇ। ਘਲਾੜੇ ਤੇ ਇੱਥੇ ਲੈ ਜਾਂਦੇ ਆ ਜੀ, ਉੱਥੋਂ ਕੋਲੇ ਖੜ ਕੇ ਤਿਆਰ ਕਰਾ ਕੇ ਲਿਆਉਣੇ ਆ ਜੀ ਗੁੜ ਸ਼ੱਕਰ ਜੀ। ਬਹੁਤ ਸਾਰੇ ਕਿਸਾਨ ਅਜਿਹੇ ਹੁੰਦੇ ਆ ਕੁਲਾਰ ਸਾਹਿਬ, ਜਿਹੜੇ ਇੱਕ ਹੀ ਖੇਤ ਦੇ ਵਿੱਚੋਂ ਕਈ ਕਿਸਮ ਦੀਆਂ ਫਸਲਾਂ ਲੈਂਦੇ ਆ। ਹੁਣ ਯੁੱਗ ਵੀ ਉਹੀ ਆ ਗਿਆ, ਸਮਾਂ ਵੀ ਉਹੀ ਆ ਗਿਆ ਕਿ ਘੱਟ ਤੋਂ ਘੱਟ ਆਪਾਂ ਖਰਚਾ ਕਰੀਏ ਤੇ ਵੱਧ ਤੋਂ ਵੱਧ ਆਪਾਂ ਖੇਤ ਦੇ ਵਿੱਚੋਂ ਫਸਲਾਂ ਪੈਦਾ ਕਰੀਏ। ਪਰ ਫਸਲਾਂ ਪੈਦਾ ਕਰਨ ਲੱਗਿਆ ਇੱਕ ਗੱਲ ਦਾ ਆਪਾਂ ਧਿਆਨ ਰੱਖਣਾ ਹੈ ਕਿ ਜਿਹੜੀ ਸਾਡੀ ਧਰਤੀ ਦੇ ਉੱਤੇ, ਪਾਣੀਆਂ ਦੇ ਉੱਤੇ, ਹਵਾਵਾਂ ਦੇ ਉੱਤੇ, ਮਨੁੱਖੀ ਸਿਹਤ ਦੇ ਉੱਤੇ, ਜਾਂ ਧਰਤੀ 'ਚ ਜੋ ਪੈਦਾ ਕਰ ਰਹੇ ਆ ਉਹ ਦੀ ਗੁਣਵੱਤਾ ਦੇ ਉੱਤੇ ਕੋਈ ਮਾੜਾ ਅਸਰ ਨਾ ਪਵੇ। ਪਰ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਲੈ ਕੇ ਵਧਾਈ ਦੇ ਪਾਤਰ ਹੋ। ਤੁਸੀਂ ਆਪਣੇ ਖੇਤ ਦੇ ਵਿੱਚ, ਆਪਣੇ ਗੰਨੇ ਦੇ ਵਿੱਚ ਅੰਤਰ ਫਸਲ ਬੀਜੀ ਆ ਹਲਦੀ ਦੀ, ਤਾਂ ਫਿਰ ਹਲਦੀ ਦੀ ਬਿਜਾਈ ਦਾ ਫਿਰ ਸੁਪਨਾ ਜਾਂ ਇਹ ਖਿਆਲ ਕਿਵੇਂ ਆਇਆ?
ਮੇਨ ਤਾਂ ਜੀ ਹੁਣ ਟ੍ਰਾਇਲ ਲਾ ਕੇ ਵੇਖਿਆ ਜੀ, ਹਲਦੀ ਜਿਵੇਂ ਗੰਨਾ ਵੀ ਸਾਲ ਦੀ ਕਾਸ਼ਤ ਆ ਜੀ, ਉਵੇਂ ਹਲਦੀ ਵੀ 8-9 ਮਹੀਨੇ ਲੈ ਜਾਂਦੀ ਏ, ਤਾਂ ਕਰਕੇ ਜਿਆਦਾ ਬਹੁਤ ਕਾਮਯਾਬ ਆ ਜੀ। ਵੇਨੇ ਅਸੀਂ YouTube ਤੇ ਵੀ ਬਹੁਤ ਵੇਖਿਆ, ਹੋਰਾਂ ਨੇ ਵੀ ਲਾਈ, ਅਸੀਂ ਜਾ ਕੇ ਵੀ ਵੇਖ ਕੇ ਆਂਦਾ, ਬਹੁਤ ਕਾਮਯਾਬ ਲੱਗੀ ਸਾਨੂੰ ਜੀ। ਜਿਵੇਂ ਮੈਂ ਤੁਹਾਡੇ ਖੇਤਾਂ ਦੇ ਵਿੱਚ ਦੇਖਦਾ ਕਿ 2 ਜਿਹੜੇ ਓੜੇ ਆ ਗੰਨੇ ਦੇ ਆ ਤੇ ਇੱਕ ਵਿਚਾਲੇ ਹਲਦੀ ਦਾ, ਹਨਾ। ਇਹ ਫਿਰ ਜਿਹੜੀ ਤੁਸੀਂ ਹਲਦੀ ਦੀ ਬਿਜਾਈ ਕੀਤੀ ਹੈ, ਇਹ ਕਿਹੜੀ ਕਿਸਮ ਹੈ ਤੇ ਬੀਜ ਬਿਜਾਈ ਵੇਲੇ ਫਿਰ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਿਆ ਸੀ? ਇਹ ਅੰਬ ਹਲਦੀ ਹੈ ਜੀ, ਲਿਆਂਦੀ ਸੀ ਅਸੀਂ ਜੀ। ਇਹਦਾ ਅਸੀਂ 40 ਕਿਲੋ ਬੀਜ ਪਾਇਆ ਜੀ। ਬੀਜਣ ਵੇਲੇ ਹੀ ਅਸੀਂ ਲੈਣ ਸੂਤ ਲਾ ਕੇ ਲਾਈ ਹੈ ਇਹ ਸਾਰੀ ਹਲਦੀ, ਖੁਰਪੀ ਨਾਲ ਲਾਈ ਹੈ ਡੂੰਗੀ। ਹੁਣ ਜਦੋਂ ਉੱਗ ਰਿਹਾ ਜੀ, ਉਦੋਂ ਬਾਅਦ ਚ ਇਹਦੇ ਮਿੱਟੀ ਗੰਨੇ ਵੱਲੋਂ ਚੜਨ ਲੱਗ ਜੂਗੀ ਜੀ। 3 ਵਾਰੀ ਮਿੱਟੀ ਇਹਦੇ ਵਿੱਚ ਚੜਦੀ ਹਲਦੀ ਵਿੱਚ ਜੀ। ਭਾਵੇਂ ਕਿ ਗੰਨਾ ਵੀ ਲਗਭਗ ਸਾਲ ਲੈ ਜਾਂਦਾ ਹੈ ਤੇ ਜਿਹੜੀ ਹਲਦੀ ਦੀ ਖੇਤੀ ਆ ਉਹ ਵੀ ਲੰਬੀ ਖੇਤੀ ਹੈ, ਪਰ ਦੋਨਾਂ ਦੀ ਜਿਹੜੀ ਤਾਸੀਰ ਹੈ, ਦੋਨਾਂ ਦਾ ਸੁਭਾਅ ਵੱਖਰਾ ਹੈ। ਤਾਂ ਫਿਰ ਇਹਦੇ ਨਾਲ ਤੁਹਾਡੇ ਫਿਰ ਗੰਨੇ ਦੇ ਝਾੜ ਦੇ ਉੱਤੇ ਮਾੜਾ ਅਸਰ ਪਊਗਾ, ਜਾਂ ਫਿਰ ਜਿਹੜੀ ਤੁਹਾਡੀ ਹਲਦੀ ਆ ਉਹਦੇ ਝਾੜ ਦੇ ਉੱਤੇ ਕੋਈ ਮਾੜਾ ਅਸਰ ਪੈਣ ਦਾ ਖਦਸ਼ਾ ਨਹੀਂ ਤੁਹਾਨੂੰ? ਜਿਹੜੀ ਹਲਦੀ ਹੈ ਜੀ, ਉਹ ਕੁਦਰਤ ਦੇ ਹਿਸਾਬ ਨਾਲ ਹੀ ਪੱਕਦੀ ਹੈ। ਜਿਵੇਂ ਆਪਾਂ ਸਪਰੇਆਂ ਤੇ ਤਾਂ ਲਾਈਏ, ਮੇਨ ਸਾਡਾ ਕਰਨੇ ਹੈ ਜੀ, ਜਦੋਂ ਇਹਦੇ ਕੋਈ ਸਪਰੇਅ ਕਰਦੇ ਆ, ਇਹ ਹਲਦੀ ਉੱਥੇ ਕਾਮਯਾਬ ਘੱਟ ਆ ਜੀ। ਕੁਦਰਤ ਦੇ ਹਿਸਾਬ ਨਾਲ ਵੀ ਜਿਹੜੇ ਬੰਦੇ ਲਾਉਂਦੇ ਦੱਸਦੇ ਆ, ਉਹਨਾਂ ਦੀ ਵੱਧ ਹੁੰਦੀ ਹੈ ਜੀ। ਜਦੋਂ ਪੈਸਟੀਸਾਈਡ ਪਾਉਣੇ ਆ, ਉੱਥੇ ਇਹ ਘੱਟ ਕਾਮਯਾਬ ਆ ਜੀ। ਅਸੀਂ ਜ਼ਿਆਦਾਤਰ ਹਲਦੀ ਦਾ ਟ੍ਰਾਇਲ ਲਾ ਕੇ ਤਾਂ ਵੇਖਿਆ ਜੀ। ਉਹਦੀਆਂ ਅਸੀਂ ਵੱਟਾਂ ਬਣਾ ਰੱਖੀਆਂ ਜੀ, ਅੱਡ ਜੀ। ਜਦੋਂ ਹਲਦੀ ਨੂੰ ਪਾਣੀ ਅੱਡ ਲੱਗੂਗਾ ਜੀ, ਗੰਨੇ ਨੂੰ ਅੱਡ ਲੱਗੂਗਾ ਜੀ। ਜਿਹੜੀ ਹਲਦੀ ਦੀ ਫਸਲ ਹੈਗੀ ਆ ਤੁਹਾਡੇ ਗੰਨੇ ਦੇ ਵਿੱਚ ਇਹ ਬੀਜੀ ਹੋਈ ਹੈ, ਹਲਦੀ ਦੀ ਫਸਲ ਗੰਨੇ ਨੂੰ ਨਾ ਨੁਕਸਾਨ ਕਰੇ ਤੇ ਗੰਨਾ ਹਲਦੀ ਦਾ ਨਾ ਕੋਈ ਨੁਕਸਾਨ ਕਰੇ, ਤਾਂ ਫਿਰ ਇਸ ਨੁਕਤੇ ਨੂੰ ਲੈ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਦੇ ਹੋ? ਇਹ ਪਹਿਲੀ ਵਾਰ ਲਾਈ ਹੈ ਜੀ, ਹੁਣ ਟ੍ਰਾਇਲ ਲਾਇਆ ਜੀ, ਪਤਾ ਲੱਗ ਜੂਗਾ ਜੀ। ਕਾਮਯਾਬ ਜਿਉਂ ਜ਼ਿਆਦਾਤਰ ਦੱਸਦੇ ਜੀ, ਬਹੁਤ ਕਾਮਯਾਬ ਹੁੰਦੀ। ਹਲਦੀ ਇੱਕ ਛਾਂ ਚ ਹੁੰਦੀ ਹੈ ਜੀ, ਜਿਹੜੇ ਗੰਨਾ ਉਹਦੀ ਛਾਂ ਹੋ ਜਾਂਦੀ, ਉਹਦੇ ਕਰਕੇ ਫਰਕ ਰਹਿੰਦਾ ਜੀ। ਜਿਵੇਂ ਜ਼ਿਆਦਾਤਰ ਲੋਕ ਜੰਗਲਾਂ ਵਿੱਚ ਪਹਿਲਾਂ ਉੱਥੇ ਕਰਦੇ ਆ ਖੇਤੀ, ਹਜੇ ਵੀ ਹੁੰਦੀ ਆ ਆਂਧਰਾ ਵਿੱਚ ਜੀ। ਕੋਈ ਵੀ ਇਹੋ ਜਿਹਾ ਕੰਮ ਨਹੀਂ ਹੁੰਦਾ ਜਿਹਦੇ ਵਿੱਚ ਕੋਈ ਸਮੱਸਿਆ ਨਾ ਆਉਂਦੀ ਹੋਵੇ, ਤਾਂ ਕੁਦਰਤੀ ਵਿਧੀ ਦੇ ਵਿੱਚ ਫਿਰ ਕਿਹੜੀਆਂ ਸਮੱਸਿਆਵਾਂ ਦਾ ਤੁਹਾਨੂੰ ਸਾਹਮਣਾ ਕਰਨਾ ਪੈਂਦਾ ਹੈ? ਕੱਖਾਂ ਦੀ ਸਮੱਸਿਆ ਬਹੁਤ ਆਉਂਦੀ ਹੈ, ਨਦੀਨ ਬਹੁਤ ਉੱਗਰਦੇ ਆ ਜੀ, ਉਹਦੇ ਲਈ ਬਹੁਤ ਸਬਰ ਕਰਨਾ ਪੈਂਦਾ, ਮਾਰ ਜਿਵੇਂ ਮਿਹਨਤ ਕਰਨੀ ਪੈਂਦੀ ਹੈ ਜੀ। ਕੋਈ ਵੀ ਕੁਦਰਤੀ ਖੇਤੀ ਕਰਦਾ ਬੰਦੇ ਨੂੰ ਮਿਹਨਤ ਬਹੁਤ ਜ਼ਰੂਰੀ ਹੈ ਜੀ। ਇੱਕ ਬੰਦਾ ਆਪ ਕੰਮ ਖੁਦ ਕਰੇ ਜੀ, ਫਿਰ ਕੁਦਰਤੀ ਖੇਤੀ ਕਾਮਯਾਬ ਹੁੰਦੀ ਜੀ। ਅਗਲੇ ਤੇ ਜਿਵੇਂ ਸੀਰੀ ਤੇ ਜਿਵੇਂ ਉਹਨਾਂ ਬੰਦੇ ਤੋਂ ਉੱਭਰਿਆ ਨਹੀਂ ਜਾਂਦਾ ਜੀ, ਉਹ ਘੱਟ ਕਾਮਯਾਬ ਹੁੰਦੀ ਹੈ। ਆਪ ਦੇ ਬਿਨਾਂ ਕੁਦਰਤੀ ਖੇਤੀ ਕਾਮਯਾਬ ਹੁੰਦੀ ਹੈ ਜੀ। ਆਪ ਬੰਦਾ ਕੰਮ ਲਾਜ਼ਮੀ ਕਰੇ, ਉਸ 2 ਘੰਟੇ ਕਰੇ, 4 ਘੰਟੇ ਕਰੇ ਜੀ। ਕੁਲਾਰ ਸਾਹਿਬ, ਭਾਵੇਂ ਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੀਆਂ ਨੇ, ਅਗਵਾਈ ਦੇ ਰਹੀਆਂ ਨੇ, ਹਦਾਇਤਾਂ ਦੇ ਰਹੀਆਂ ਨੇ, ਆਪਣੇ ਜਿਹੜੇ ਅਧਿਕਾਰੀ ਸਾਹਿਬਾਨ ਆ ਉਹਨਾਂ ਨੂੰ ਕਹਿ ਰਹੇ ਆ ਕਿ ਖੇਤਰ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਪ੍ਰੇਰਿਤ ਕਰੋ, ਤਿਆਰ ਕਰੋ, ਤਾਂ ਜੋ ਵੱਧ ਤੋਂ ਵੱਧ ਕੁਦਰਤੀ ਵਿਧੀ ਰਾਹੀਂ ਆਪਣੀਆਂ ਫਸਲਾਂ ਪੈਦਾ ਕਰਨ, ਕਿਉਂਕਿ ਇਹ ਸਾਡਾ ਵਿਰਸਾ ਹੈ, ਇਹ ਸਾਡਾ ਸਰਮਾਇਆ, ਇਹ ਸਾਡਾ ਅਤੀਤ ਹੈ। ਕਿਉਂਕਿ ਸਾਡੇ ਵੱਡੇ ਵਡੇਰੇ, ਆਪਣੇ ਪੁਰਖੇ, ਦਾਦੇ ਪੜਦਾਦੇ ਕੁਦਰਤੀ ਵਿਧੀ ਰਾਹੀਂ ਖੇਤੀ ਕਰਦੇ ਰਹੇ ਨੇ। ਕੁਦਰਤੀ ਵਿਧੀ ਰਾਹੀਂ ਜਿਹੜੀ ਤੁਸੀਂ ਇਹ ਖੇਤੀ ਆਪਣੇ ਖੇਤਾਂ ਦੇ ਵਿੱਚ ਕਰ ਰਹੇ ਹੋ, ਤਾਂ ਇਹਨੂੰ ਹੋਰ ਪ੍ਰਫੁੱਲਤ ਕਰਨ ਦੇ ਵਾਸਤੇ ਕੇਵਲ ਤੁਸੀਂ ਆਪਣੇ ਲਈ ਨਹੀਂ, ਸਗੋਂ ਪੰਜਾਬ ਦੇ ਉਹ ਸਮੁੱਚੇ ਕਿਸਾਨ ਜਿਹੜੇ ਕੁਦਰਤੀ ਵਿਧੀ ਦੇ ਨਾਲ ਜੁੜ ਕੇ ਖੇਤਾਂ ਦੇ ਵਿੱਚ ਖੇਤੀ ਕਰ ਰਹੇ ਆ, ਉਹਨਾਂ ਵਾਸਤੇ ਤੁਸੀਂ ਸਾਡੀਆਂ ਸਮੇਂ ਦੀਆਂ ਸਰਕਾਰਾਂ ਤੋਂ ਕੀ ਮੰਗ ਕਰਦੇ ਹੋ? ਤੋਂ ਇਹੀ ਮੰਗ ਹੈ ਮੰਡੀਕਰਨ ਦਾ ਪ੍ਰਬੰਧ ਵਧੀਆ ਹੋਵੇ, ਵਧੀਆ ਰੇਟ ਵਾਜਬ ਤੇ ਵਿਕੇ ਜੀ। ਉਦੋਂ ਬਾਅਦ ਚ ਅਗਲਾ ਦੂਜੀ ਫਸਲ ਵੀ ਬੀਜਦਾ ਜੀ। ਜਿਹੜਾ ਕੁਦਰਤੀ ਵਿਧੀ ਲਈ ਨੁਕਸਾਨ ਹੋ ਜਾਂਦਾ, ਉਹਨੂੰ ਸਰਕਾਰ ਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਉਹਦਾ ਹੌਸਲਾ ਵਧੇ। ਪਰਿਵਾਰ ਦਾ ਫਿਰ ਤੁਹਾਨੂੰ ਕਿੰਨਾ ਕੁ ਸਹਿਯੋਗ ਮਿਲਦਾ ਹੈ? ਸਰਦਾਰ ਰਾਜ ਸਿੰਘ ਜੀ ਮੇਰੇ ਦਾਦਾ ਜੀ, ਡੈਡੀ ਇਕਬਾਲ ਸਿੰਘ ਜੀ, ਮੇਰਾ ਵੱਡਾ ਭਰਾ ਗੁਰਪਿੰਦਰ ਸਿੰਘ ਜੀ, ਇਹਨਾਂ ਦਾ ਬਹੁਤ ਸਹਿਯੋਗ ਮਿਲਦਾ ਜੀ ਮੈਨੂੰ, ਖਾਸ ਕਰਕੇ ਸਾਰੇ ਪਰਿਵਾਰ ਦਾ ਜੀ। ਦੋਸਤ ਮਿੱਤਰ ਆ ਜੀ, ਉਹ ਵੀ ਬਹੁਤ ਹੱਲਾਸ਼ੇਰੀ ਦਿੰਦੇ ਜੀ, ਹਰੇਕ ਕਹਿੰਦਾ ਬਹੁਤ ਚੰਗਾ ਕੰਮ ਕੀਤਾ ਜੀ। ਕੁਲਾਰ ਸਾਹਿਬ, ਤੁਸੀਂ ਨੌਜਵਾਨ ਹੋ, ਬੜੇ ਉਦਮੀ ਹੋ, ਬੜੇ ਹਿੰਮਤੀ ਹੋ। ਕੋਈ ਬੰਦਾ ਆਪਣੇ ਕੰਮ ਦੇ ਵਿੱਚ ਖੁਸ਼ ਤੇ ਸੰਤੁਸ਼ਟ ਨਹੀਂ ਹੁੰਦਾ, ਤਾਂ ਕੁਦਰਤੀ ਵਿਧੀ ਰਾਹੀਂ ਫਸਲਾਂ ਪੈਦਾ ਕਰਨ ਨੂੰ ਲੈ ਕੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕੀ ਸੁਪਨਾ, ਕੀ ਉਦੇਸ਼ ਹੈ? ਗਾਂ ਨੂੰ 2 ਕਿੱਲੇ ਗੰਨਾ ਮੈਂ ਹੋਰ ਵਧਾ ਰਿਹਾ ਜੀ, 64 ਵੈਰਾਈਟੀ ਲਾ ਰਿਹਾ ਜੀ ਲਿਆ ਕੇ ਜੀ, ਕਿਉਂਕਿ ਇੱਕ ਮੇਨ ਇਹਦੇ ਨਾਲ ਬਾਣ ਬਣਦਾ ਜੀ, ਬਾਣ ਵਿੱਚ ਜਾਣ ਪੈਂਦੀ ਹੈ ਜੀ। ਜਿਹੜਾ ਸਾਡਾ ਨੌਜਵਾਨ ਵਰਗ ਹੈ, ਯੁਵਾ ਵਰਗ ਹੈ, ਜਾਂ ਖਾਸ ਕਰਕੇ ਜਿਹੜਾ ਸਾਡਾ ਕਿਸਾਨ ਵਰਗ ਹੈ, ਉਹਨਾਂ ਨੂੰ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਰਾਹੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਬੁੱਟਰ ਸਾਹਿਬ ਜੀ ਆਇਆ ਜੀ, ਘਰ ਲਈ ਤਾਂ ਜੀ ਕੁਦਰਤੀ ਖੇਤੀ ਅੱਧਾ ਕਿੱਲਾ ਕੋਈ ਪੌਣਾ ਕਿੱਲਾ ਕਰਦਾ ਜੀ, ਉਨੀ ਤਾਂ ਕਰੋ ਹੀ, ਕਿਉਂ ਕਰਕੇ ਹੁਣ ਬਿਮਾਰੀਆਂ ਬਹੁਤ ਵੱਧ ਰਹੀਆਂ ਜੀ। ਹੁਣ ਕੁਦਰਤੀ ਖੇਤੀ ਵੱਲ ਜੁੜਾਂਗੇ ਤਾਂ ਜੀ ਬਿਮਾਰੀਆਂ ਤੋਂ, ਡਾਕਟਰਾਂ ਤੋਂ ਬਚਾਂਗੇ ਜੀ। ਘਰ ਦੀ ਲੋੜ ਮੁਤਾਬਿਕ ਕਣਕ ਲਾਉਣੀ ਚਾਹੀਦੀ ਹੈ, ਫਲਾਂ ਦੇ ਬੂਟੇ ਲਾਉਣੇ ਚਾਹੀਦੇ, ਸਬਜ਼ੀ ਆਪ ਨੂੰ ਖੁਦ ਕਰਨੀ ਚਾਹੀਦੀ ਹੈ ਬੰਦੇ ਨੂੰ ਜੀ, ਆਪ ਮਿਹਨਤ ਨਾਲ ਜੀ। ਇਹ ਕਰਦੇ ਆ ਜੀ, ਕੋਈ ਐਡੀ ਖਿਆਈ ਵਾਲੀ ਗੱਲ ਨਹੀਂ, ਬਸ ਮਿਹਨਤ ਤੜਕੇ ਉੱਠ ਕੇ ਬੰਦਾ ਜੀ 2 ਘੰਟੇ ਸਬਜ਼ੀ ਤੇ ਲਾਵੇ, ਕੋਈ ਬਾਹਲੀ ਮਿਹਨਤ ਵਾਲੀ ਗੱਲ ਐਡੀ ਹੈ ਨਹੀਂ ਜੀ, ਉਹਦਾ ਰੁਟੀਨ ਬਣ ਜਾਂਦਾ ਬੰਦੇ ਦਾ ਹੀ ਰੋਜ਼ ਜੀ। ਕੁਲਾਰ ਸਾਹਿਬ ਦਾ ਇਹ ਕਹਿਣਾ ਹੈ ਕਿ ਜੇ ਸਾਡੇ 'ਚ ਹਿੰਮਤ ਹੋਵੇ, ਹੌਸਲਾ ਹੋਵੇ, ਅਸੀਂ ਆਪਣੀ ਵਾਤਾਵਰਣ ਤੇ ਧਰਤੀ ਦੀ ਸਿਹਤ ਪ੍ਰਤੀ ਪ੍ਰਤੀਬੱਧ ਅਤੇ ਚਿੰਤਤ ਤੇ ਫਿਕਰਮੰਦ ਹੋਈਏ, ਤਾਂ ਅਸੀਂ ਕੁਦਰਤੀ ਵਿਧੀ ਵਾਲੇ ਪਾਸੇ ਮੁੜ ਸਕਦੇ ਹਾਂ ਤੇ ਆਪਦੀਆਂ ਘੱਟੋ ਘੱਟ ਪਰਿਵਾਰ ਦੀਆਂ ਲੋੜਾਂ ਦੇ ਮੁਤਾਬਕ ਦਾਲਾਂ, ਫਲ, ਸਬਜ਼ੀਆਂ,
ਪੈਦਾ ਕਰ ਸਕਦੇ ਹਾਂ, ਆਪਦੇ ਜਾਨਵਰਾਂ ਦੇ ਲਈ ਕੋਈ ਹਰਾ ਚਾਰਾ ਕੁਦਰਤੀ ਵਿਧੀ ਰਾਹੀਂ ਪੈਦਾ ਕਰ ਸਕਦੇ ਹਾਂ। ਤਾਂ ਕਲਾਰ ਸਾਹਿਬ, ਤੁਹਾਡੀਆਂ ਗੱਲਾਂ ਬਾਤਾਂ ਬਹੁਤ ਖੂਬਸੂਰਤ ਤੇ ਸਿਹਤਮਈ ਹਨ। ਸਾਨੂੰ ਆਸ ਹੈ, ਉਮੀਦ ਹੈ ਕਿ ਤੁਹਾਡੇ ਇਹਨਾਂ ਤਜਰਬਿਆਂ ਦੇ ਵਿੱਚੋਂ, ਤੁਹਾਡੇ ਇਸ ਗਿਆਨ ਦੇ ਵਿੱਚੋਂ, ਇਹ ਮੁਲਾਕਾਤ ਦੇ ਵਿੱਚੋਂ ਸਿੱਖਿਆ ਲੈ ਕੇ, ਸੇਧ ਲੈ ਕੇ, ਅਗਵਾਈ ਲੈ ਕੇ, ਦਿਸ਼ਾ ਨਿਰਦੇਸ਼, ਊਰਜਾ ਤੇ ਪ੍ਰੇਰਨਾ ਲੈ ਕੇ ਹੋਰ ਵੀ ਬਹੁਤ ਸਾਰੇ ਜਿਹੜੇ ਸਾਡੇ ਕਿਸਾਨ ਭਰਾ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤੀ ਵਿਧੀ ਰਾਹੀਂ ਆਪਣੇ ਖੇਤਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੀਆਂ ਫਸਲਾਂ ਪੈਦਾ ਕਰਕੇ ਆਪਣੇ ਖਰਚੇ ਘਟਾਉਣਗੇ, ਆਪਣੀ ਆਮਦਨ ਵਧਾਉਣਗੇ, ਵਾਤਾਵਰਣ, ਧਰਤੀ, ਮਨੁੱਖੀ ਸਿਹਤ ਤੇ ਆਲਾ ਦੁਆਲਾ ਬਚਾਉਣ ਦੇ ਵਿੱਚ ਆਪਣਾ ਬਣਦਾ ਸਰਦਾ ਯੋਗਦਾਨ ਪਾਉਣਗੇ। ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਲਈ ਖੁੱਲ੍ਹਾ ਸਮਾਂ ਕੱਢਿਆ, ਗੱਲਾਂ ਬਾਤਾਂ ਕੀਤੀਆਂ, ਤੁਹਾਡਾ ਬਹੁਤ-ਬਹੁਤ ਧੰਨਵਾਦ। ਬੁੱਟਰ ਸਾਹਿਬ ਦਾ ਜੀ ਤੇ ਸਾਰੀ ਟੀਮ ਦਾ ਬਹੁਤ ਦਿਲੋਂ ਜੀ ਧੰਨਵਾਦ ਜੀ। ਪ੍ਰੋਗਰਾਮ ਕਿਸਾਨ ਬਾਣੀ ਦੇ ਨਿਰਮਾਤਾ ਤੇ ਨਿਰਦੇਸ਼ਕ ਸ਼੍ਰੀ ਕਰਮਵੀਰ ਸਿੰਘ ਕਰਨ। ਸੋ ਕਿਸਾਨ ਵੀਰੋ ਤੇ ਭੈਣੋ, ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਹਿਣਾ ਦੇ ਅਗਾਂਹਵਧੂ ਅਤੇ ਨੌਜਵਾਨ ਕਿਸਾਨ ਸਰਦਾਰ ਗਗਨਦੀਪ ਸਿੰਘ ਕੁਲਾਰ ਦੇ ਨਾਲ ਕੁਦਰਤੀ ਵਿਧੀ ਰਾਹੀਂ ਗੰਨਾ ਅਤੇ ਹਲਦੀ ਪੈਦਾ ਕਰਨ ਦੇ ਵਿਸ਼ੇ ਨੂੰ ਲੈ ਕੇ ਇਹਨਾਂ ਗੱਲਾਂ ਬਾਤਾਂ ਦੇ ਨਾਲ ਹੀ ਤਰਸੇਮ ਸਿੰਘ ਬੁੱਟਰ ਨੂੰ ਅੱਜ ਦੇ ਪ੍ਰੋਗਰਾਮ ਕਿਸਾਨ ਬਾਣੀ ਦੇ ਵਿੱਚੋਂ ਹੁਣ ਦਿਓ ਵਿਦਾ। ਧੰਨਵਾਦ।